India has been using water as a weapon against Punjab, East and West to destroy the Sikh spirit, Punjab, Punjabis and weaken Punjab economically. Downstream, West Punjab is also affected in the same manner. Wars also kill the Punjabi community on both sides of the border. Indian Hindu Modi government wants to teach the Sikhs a lesson for revolting against India and refusing to fight Indian war against Pakistan. It is yet another genocide and econocide of the Sikhs in Punjab. ਇੱਕ ਪਾਸੇ ਤਾਂ ਅਫਗਾਨਿਸਤਾਨ ਨੂੰ ਲੈ ਕੇ juxtapose this with the rapid response of the Indian state to yesterday's earthquake in Afghanistan. Aid has been sent and Modi and his ministers tweeted support immediately. ਉਹਨਾਂ ਦੇ ਲਈ ਇੱਕਦਮ support ਔਰ ਦੂਸਰਾ ਕਰ ਰਹੇ ਨੇ, ਲੇਕਿਨ that is how much contempt there is for Punjab and Sikhs. Our pain is not even worthy of acknowledging in the halls of power in Delhi. Punjab cannot keep sacrificing itself for an ungrateful country. ਕਿੰਨੀ ਕੁ ਦੇਰ ਤੁਸੀਂ ਇਸ ਨਾ ਸ਼ੁਕਰੇ ਮੁਲਕ ਦੇ ਲਈ ਆਪਣੀਆਂ ਕੁਰਬਾਨੀਆਂ ਕਰੋ. The flood has ripped away the last illusions. Sovereignty is no longer an abstract idea. प्रभु सत्ता बादशाह आज़ादी कोई abstract idea नहीं है. It is quickly becoming the only option left. Independence is not the risk, remaining in India is the risk. ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਅਰਜ਼ ਮਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ TV 84 ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਦੀ ਸਟੂਡੀਓ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਇਸ਼ੂ ਸਪੋਰਟ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਬਾਕੀ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ। ਜੀ ਡਾਕਟਰ ਸਾਹਿਬ ਅੱਜ 2 ਸਤੰਬਰ 2025 12 ਭਾਦੋ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, RCN ਕੇਬਲ, ਬ੍ਰੌਡਕਾਸਟਿੰਗ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ TV 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸੇ ਕਿ ਤੁਸੀਂ TV 84 ਦੀ ਐਪ ਨੂੰ ਐਂਡਰੋਇਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਫੋਲਸਮ ਕੈਲੀਫੋਰਨੀਆ ਤੋਂ ਸਰਦਾਰ ਮਲਕੀਅਤ ਸਿੰਘ ਵੱਲੋਂ। ਸੋ ਇਹਨਾਂ ਨੇ TV 84 ਦੀ ਵੱਧ ਸਪੋਰਟ ਕਰਨ ਲਈ ਕਿਹਾ ਹੈ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅਸੀਂ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਮਲਕੀਅਤ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਪੰਜਾਬ ਵਿੱਚ ਆਏ ਹੜ੍ਹਾਂ ਦੇ ਬਾਰੇ ਕਿ ਜਿਸ ਤਰ੍ਹਾਂ ਕਿ ਪੰਜਾਬ ਵਿੱਚ ਹੜ੍ਹਾਂ ਨੇ ਜਿਸ ਤਰ੍ਹਾਂ ਦੀ ਜਿਹੜੀ ਤਬਾਹੀ ਮਚਾਈ ਹੋਈ ਹੈ ਉਸ ਦੇ ਲਈ ਹੁਣ ਹਰ ਪੰਜਾਬੀ ਭਾਰਤ ਸਰਕਾਰ ਨੂੰ ਦੋਸ਼ੀ ਦੱਸਦਾ ਹੈ ਔਰ ਲੋਕਾਂ ਨੇ ਹੀ ਲੋਕਾਂ ਦੀ ਮਦਦ ਕੀਤੀ ਹੈ। ਸਰਕਾਰ ਕਿਤੇ ਨਜ਼ਰ ਨਹੀਂ ਆਈ। ਸੋ ਈਰਾਨ ਤੇ ਪਾਕਿਸਤਾਨ ਵੱਲੋਂ ਪੰਜਾਬ ਲਈ ਹਮਦਰਦੀ ਦੇ ਬੋਲ ਜਿਹੜੇ ਨੇ ਉਹ ਬੋਲੇ ਗਏ ਨੇ ਪਰ ਹਿੰਦੂ ਤਵੀਆਂ ਵੱਲੋਂ ਖੁਸ਼ੀ ਦਾ ਇਜ਼ਹਾਰ ਕੀਤਾ ਗਿਆ। ਸੋ ਸਿੱਖ ਕੌਮ ਨੂੰ ਸਮਝ ਲੈਣਾ ਚਾਹੀਦਾ ਹੈ ਕਿ ਖਾਲਿਸਤਾਨ ਦੇ ਵਿੱਚ ਹੀ ਉਹਨਾਂ ਦੀ ਸੁਰੱਖਿਅਤ ਹੋਏਗੀ ਔਰ ਸੁਰੱਖਿਅਤ ਹੋਣਗੇ, ਸੁਰੱਖਿਅਤ ਰਹਿਣਗੇ, ਆਪਣੀ ਗੱਲਬਾਤ ਵੀ ਕਰਨਗੇ। ਸੋ ਭਾਰਤ ਵਿੱਚ ਰਹਿਣਾ ਮੁਕੰਮਲ ਤਬਾਹੀ ਨੂੰ ਸੱਦਾ ਦੇਣਾ ਹੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ?
ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਮਲਕੀਤ ਸਿੰਘ ਪਰਿਵਾਰ ਸਮੁੱਚਾ, ਜਿਹੜੇ ਫੋਲਸਮ ਕੈਲੀਫੋਰਨੀਆ 'ਚ ਰਹਿੰਦੇ ਨੇ। ਫੋਲਸਮ ਕੈਲੀਫੋਰਨੀਆ ਦੀ ਰਾਜਧਾਨੀ ਸੈਕਰਾਮੈਂਟੋ ਦੇ ਬਿਲਕੁਲ ਨਾਲ ਲੱਗਦਾ ਇਲਾਕਾ ਹੈ। ਔਰ ਸਾਡੇ ਦਰਸ਼ਕਾਂ ਨੂੰ ਇਸ ਗੱਲ ਦੀ ਸ਼ਿਕਾਇਤ ਵੀ ਹੋਏਗੀ ਕਿ ਅਸੀਂ ਫਰਾਈਡੇ ਔਰ ਕੱਲ੍ਹ ਬੀਤੇ ਮੰਡੇ ਪ੍ਰੋਗਰਾਮ ਨਹੀਂ ਕਰ ਸਕੇ। ਉਹਦਾ ਰੀਜ਼ਨ ਬੇਸ਼ੱਕ ਅਸੀਂ ਅਨਾਊਂਸ ਨਹੀਂ ਸੀ ਕੀਤਾ, ਲੇਕਿਨ ਸਾਡੇ ਵੀਰ ਔਰ ਜਿਹੜੇ ਕਾਫੀ ਲੰਮੇ ਸਮੇਂ ਤੋਂ ਖਾਲਿਸਤਾਨ ਦੇ ਲਈ ਕੰਮ ਕਰਨ ਵਾਲੇ ਜੌਨ ਸਿੰਘ ਗਿੱਲ, ਜਿਹੜੇ ਵੁੱਡਲੈਂਡ ਜਿਹੜੇ ਯੂਬਾ ਸਿਟੀ ਦੇ ਨਾਲ ਲੱਗਦੀ ਟਾਊਨਸ਼ਿਪ ਹੈ ਉਸ ਦੇ ਵਿੱਚ ਰਹਿੰਦੇ ਨੇ, ਉਹਨਾਂ ਦੀ ਬੱਚੀ ਦਾ ਸਤਦੀਪ ਕੌਰ ਦਾ ਆਨੰਦ ਕਾਰਜ ਸੀ ਰੌਣਕ ਸਿੰਘ ਹੋਰਾਂ ਦੇ ਨਾਲ, ਔਰ ਸੈਕਰਾਮੈਂਟੋ ਦੇ ਵਿੱਚ ਹੀ ਇਹ ਸਮਾਗਮ ਸੀ। ਸੋ ਅਸੀਂ ਉਸ ਨੂੰ ਅਟੈਂਡ ਕੀਤਾ ਕਿਉਂਕਿ ਜਿਹੜੇ ਸਾਡੇ ਇਸ ਰਾਹ ਦੇ ਇਸ ਪੰਧ ਦੇ ਸਾਥੀ ਨੇ ਖਾਲਿਸਤਾਨ ਦੇ ਰਾਹ ਦੇ, ਉਹਨਾਂ ਦੇ ਦੁੱਖ ਸੁੱਖ ਸ਼ਾਮਲ ਹੋਣਾ ਇਹ ਸਾਡੇ ਲਈ ਇਖਲਾਕੀ ਫਰਜ਼ ਵੀ ਹੈ ਅਤੇ ਉਹਨਾਂ ਦੀ ਖਿੱਚ ਔਰ ਮੁਹੱਬਤ ਵੀ ਹੁੰਦੀ ਹੈ। ਜਿਹੜੇ ਪਰਿਵਾਰ ਜੁੜੇ ਹੋਏ ਨੇ ਉਹਨਾਂ ਨੂੰ ਅਸੀਂ ਇਨਕਾਰ ਵੀ ਨਹੀਂ ਕਰ ਸਕਦੇ। ਸੋ ਇਸੇ ਕਾਂਟੈਕਸਟ ਦੇ ਵਿੱਚ ਹੀ ਸਾਡੇ ਵੀਰ ਸਰ ਕੁਲਵੰਤ ਸਿੰਘ ਖਹਿਰਾ, ਜਿਹੜੇ ਕਿ ਕੈਲੀਫੋਰਨੀਆ 'ਚ ਹੀ ਨੇ ਲੰਬੇ ਸਮੇਂ ਤੋਂ, ਸਿੱਖ ਯੂਥ ਆਫ ਅਮਰੀਕਾ ਦੇ ਨਾਲ ਵੀ ਔਰ ਸਾਡੇ ਨਾਲ ਵੀ ਪੂਰਾ ਜਿਹੜਾ ਉਹ ਤਾਵਨ ਰੱਖਦੇ ਨੇ। ਉਹਨਾਂ ਦੇ ਬ੍ਰਦਰ ਇਨ ਲਾਅ ਨੇ ਮਲਕੀਤ ਸਿੰਘ, ਔਰ ਉਹਨਾਂ ਦਾ ਜਿਹੜਾ ਪਾਰਟ ਹੈ ਉੱਥੇ ਹੀ ਰਹਿੰਦੇ ਨੇ। ਸੋ ਅਸੀਂ ਸੈਕਰਾਮੈਂਟੋ ਦੇ ਸਮਾਗਮ ਤੋਂ ਬਾਅਦ ਉਹਨਾਂ ਦੇ ਘਰ ਗਏ ਔਰ ਉਹਨਾਂ ਨੇ, ਜਿੱਥੇ ਉਹਨਾਂ ਦਾ ਬੇਟਾ ਬਹੁਤ ਬ੍ਰਿਲੀਅੰਟ, ਔਰ ਉਹਦੇ ਨਾਲ ਅੱਧਾ ਪੌਣਾ ਘੰਟਾ ਖਾਲਿਸਤਾਨ ਦੇ ਮੁੱਦੇ 'ਤੇ ਗੁਫ਼ਤਗੂ ਵੀ ਹੋਈ। ਉਹਨਾਂ ਨੇ ਜਿਹੜਾ TV 84 ਦੇ ਲਈ ਸੇਵਾ ਵੀ ਭੇਟ ਕੀਤੀ। ਸੋ ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਔਰ ਇਸੇ ਤਰ੍ਹਾਂ ਮੈਰਿਜ ਦੇ ਮੌਕੇ ਬਹੁਤ ਵੱਡੀ ਗਿਣਤੀ ਦੇ ਵਿੱਚ 500-600 ਦੇ ਕਰੀਬ ਸਿੱਖ ਸੰਗਤਾਂ ਦਾ ਇਕੱਠ ਸੀ, ਦੂਰ ਦੁਰਾਡਿਓਂ, ਅਮਰੀਕਾ, ਕੈਨੇਡਾ, ਜਿੱਥੇ ਜਿੱਥੇ ਵੀ ਉਹਨਾਂ ਦੀ ਰਿਸ਼ਤੇਦਾਰੀਆਂ ਵੀ ਨੇ, ਲੇਕਿਨ ਪੰਥਕ ਸਫਾਂ ਦੇ ਵੀ ਸਾਰੇ ਜਿਹੜੇ ਨੇ ਸੱਜਣ ਉਹ ਮੌਜੂਦ ਸਨ। ਸੋ ਅਸੀਂ ਬਹੁਤ ਵੇਰਵੇ ਨਾਲ ਤਾਂ ਪਿਕਚਰਸ ਨਹੀਂ ਲਈਆਂ ਕਿਉਂਕਿ ਮੈਂ ਖੁਦ ਇਕੱਲਾ ਹੀ ਟਰੈਵਲ ਕੀਤਾ ਸੀ, ਪਰ ਜਿਹੜੀ ਜੋੜੀ ਹੈ ਰੌਣਕ ਸਿੰਘ ਔਰ ਸਤਦੀਪ ਸਿੰਘ ਦੀ, ਉਹਨਾਂ ਦੀ ਪਿਕਚਰ ਜਿਹੜੀ ਹੈ ਉਹ ਜ਼ਰੂਰ ਸਾਡੇ ਦਰਸ਼ਕ ਦੇਖ ਸਕਦੇ ਨੇ। ਸੋ ਅਸੀਂ ਹੋਰ ਵੀ ਵੀਰਾਂ ਭੈਣਾਂ ਦਾ ਜਿਨ੍ਹਾਂ ਨੇ ਇਸ ਮੌਕੇ ਦੇ ਉੱਤੇ ਮੁਲਾਕਾਤ ਕੀਤੀ, ਮਿਲੇ, ਤਾਰੀਫ ਦੇ ਸ਼ਬਦ ਕਹੇ, ਉਹਨਾਂ ਦਾ ਸ਼ੁਕਰੀਆ ਅਦਾ ਕਰਦੇ। ਹਾਲਾਂਕਿ ਇਸ ਪ੍ਰੋਗਰਾਮ ਦੇ ਵਿੱਚ ਅਸੀਂ 31 ਅਗਸਤ ਜਿਹੜਾ ਕਿ ਸ਼ਹੀਦ ਭਾਈ ਦਿਲਾਵਰ ਸਿੰਘ ਦਾ ਸ਼ਹੀਦੀ ਦਿਨ ਹੈ, ਉਸ ਦਿਨ ਫਰੀਮੌਂਟ ਗੁਰਦੁਆਰਾ ਸਾਹਿਬ ਦਾ ਪ੍ਰੋਗਰਾਮ ਬਣਾਇਆ ਸੀ, ਪਰ ਅਚਾਨਕ ਸੈਚਰਡੇ ਹੀ ਸਾਨੂੰ ਇਹ ਪਤਾ ਲੱਗਾ ਕਿ ਸਾਡੇ ਵੀਰ ਭਾਈ ਨਰਿੰਦਰ ਸਿੰਘ, ਜਿਹੜੇ ਸਾਡੇ ਅਗੇਨ ਭਰਾਵਾਂ ਵਰਗੇ ਦੋਸਤ, ਦੋਸਤਾਂ ਵਰਗੇ ਭਰਾ ਔਰ ਖਾਲਿਸਤਾਨ ਦੇ ਇਸ ਪੰਧ ਦੇ ਪਿਛਲੇ ਆਲਮੋਸਟ 35 ਸਾਲਾਂ ਤੋਂ ਸਾਥੀ ਸਹਿਯੋਗੀ ਨੇ, ਕਿ ਉਹਨਾਂ ਦੀ ਸਿਹਤ ਵਿਗੜੀ ਹੈ, ਹਾਰਟ ਅਟੈਕ ਆਇਆ। ਲੇਕਿਨ ਇਹ ਹੈ ਕਿ ਉਹਨਾਂ ਨੇ ਫੌਰਨ 911 ਕਾਲ ਕੀਤਾ, ਜਿਸ ਕਰਕੇ ਕੋਈ ਡੈਮੇਜ ਨਹੀਂ ਹੋਇਆ। ਔਰ ਮੈਂ ਫਿਰ ਬਜਾਏ ਨਿਊਯਾਰਕ ਆਉਣ ਦੇ, ਜਿਹੜਾ ਕਿ ਮੈਂ ਸੰਡੇ ਨਾਈਟ ਵਾਪਸ ਆ ਜਾਣਾ ਸੀ, ਕੱਲ੍ਹ ਦਾ ਪ੍ਰੋਗਰਾਮ ਕਰਨਾ ਸੀ, ਸੋ ਅਸੀਂ ਵਾਸ਼ਿੰਗਟਨ ਫਲਾਈ ਕੀਤਾ ਔਰ ਕੱਲ੍ਹ ਰਾਤ ਹੀ ਮੈਂ ਵਾਪਸ ਆਇਆ। ਔਰ ਆਉਣ ਵਾਲੇ ਕੱਲ੍ਹ ਟਮੋਰੋ ਮਾਰਨਿੰਗ ਭਾਈ ਨਰਿੰਦਰ ਸਿੰਘ ਹੋਰਾਂ ਦੀ ਬਾਈਪਾਸ ਸਰਜਰੀ ਹੋਣੀ ਹੈ। ਹਸਪੀਟਲਾਈਜ਼ਡ ਨੇ, ਉਹ ਚੜ੍ਹਦੀ ਕਲਾ 'ਚ ਨੇ, ਹੋਰ ਸਭ ਪੱਖ ਠੀਕ ਹੈ। ਔਰ ਮੈਂ ਜਿਹੜੇ ਵੀ ਭਾਈ ਸਾਹਿਬ ਨਾਲ ਜੁੜੇ ਹੋਏ ਨੇ, ਕਿਉਂਕਿ ਪਿਛਲੇ 2-3 ਦਿਨ ਤੋਂ ਬੇਸ਼ੱਕ ਕਿਸੇ ਨਾਲ ਕੋਈ ਸਾਂਝ ਵੀ ਨਹੀਂ ਸੀ, ਲੇਕਿਨ ਬਹੁਤ ਸਾਰਿਆਂ ਦੇ ਫੋਨਾਂ ਦਾ ਸਿਲਸਿਲਾ ਜਾਰੀ ਹੈ, ਕਿਉਂਕਿ ਉਹ ਖਾਲਿਸਤਾਨ ਦੇ ਥੰਮ ਨੇ। ਸੋ ਅਸੀਂ ਇਹ ਬੇਨਤੀ ਵੀ ਕਰਾਂਗੇ ਕਿ ਸਾਰੇ ਵੀਰ ਭੈਣਾਂ ਉਹਨਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਕਰਨ। ਕੱਲ੍ਹ ਉਹਨਾਂ ਦੀ ਸਰਜਰੀ ਹੈ ਔਰ ਮਹਾਰਾਜ ਕਿਰਪਾ ਕਰਨਗੇ। ਸੋ ਇਹ ਰੀਜ਼ਨ ਸੀ ਜਿਸ ਕਰਕੇ ਅਸੀਂ ਦਰਸ਼ਕਾਂ ਦੇ ਰੂਬਰੂ ਨਹੀਂ ਹੋ ਸਕੇ। ਲੇਕਿਨ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜਦੋਂ ਅਸੀਂ ਕੁਦਰਤੀ ਜਿਹੜੀਆਂ ਆਪਦਾਵਾਂ ਜਾਂ ਨੇਚਰ ਦਾ ਇੱਕ ਝਟਕਾ, ਕਈ ਵਾਰ ਇਹ ਸਬਕ ਵੀ, ਪਰ ਮੈਨੂੰ ਨਹੀਂ ਲੱਗਦਾ ਵੀ ਸਾਡੀ ਇਨਸਾਨੀਅਤ ਜਾਂ ਹਿਊਮਨ ਬੀਇੰਗਸ ਅਸੀਂ ਕੋਈ ਸਬਕ ਸਿੱਖਦੇ ਹਾਂ। ਲੇਕਿਨ ਕੁਦਰਤ, ਔਰ ਅਜੇ ਤਾਂ ਕੁਝ ਸਾਲ ਪਹਿਲਾਂ ਜੇ ਅਸੀਂ 2020, 21, 22 ਦੇਖੀਏ, 2-3 ਸਾਲ ਪਹਿਲਾਂ ਜਿਵੇਂ ਕੋਵਿਡ-19 ਨੇ ਤਬਾਹੀ ਮਚਾਈ, 1.5 ਕਰੋੜ ਲੋਕ ਦੁਨੀਆ, ਜਿਹੜਾ ਰਿਕਾਰਡਡ ਵਰਲਡ ਹੈਲਥ ਆਰਗੇਨਾਈਜੇਸ਼ਨ ਦਾ ਹੈ, ਉਹ ਆਪਣੀਆਂ ਜਾਨਾਂ ਤੋਂ ਗਏ।
ਉਹਨਾਂ 'ਚੋਂ ਆਲਮੋਸਟ ਹਰ ਤੀਸਰਾ ਬੰਦਾ ਭਾਰਤੀ ਸੀ। 43 ਲੱਖ ਲੋਕ, ਜਿਹੜੇ ਕਈ ਦੁਨੀਆ ਦੇ ਮੁਲਕਾਂ ਦੀ ਆਬਾਦੀ ਨਹੀਂ ਹੈ, ਲੇਕਿਨ ਭਾਰਤ ਦੇ ਹਾਕਮਾਂ ਨੇ ਨਾ ਉਦੋਂ ਵੀ ਜਿਸ ਕਿਸਮ ਦਾ ਵਰਤਾਰਾ ਰੱਖਿਆ, ਉਸ ਤੋਂ ਬਾਅਦ ਅੰਕੜਿਆਂ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ। ਔਰ ਈਵਨ ਇੰਨੀ ਵੱਡੀ ਫੇਲਿਓਰ ਜਿੱਥੇ ਕਿ ਜਿਸ ਲੈਵਲ ਦੀ ਬਰਬਾਦੀ ਯੂਪੀ ਬਿਹਾਰ ਵਰਗੇ ਸੂਬਿਆਂ 'ਚ ਹੋਈ, ਯੂਪੀ 'ਚ ਖਾਸ ਕਰ, ਰਾਦਰ ਉਸ ਦਾ ਕ੍ਰੈਡਿਟ ਮੋਦੀ ਨੇ ਆਦਿੱਤਿਆਨਾਥ ਨੂੰ ਦਿੱਤਾ ਹੈ ਕਿ ਜੀ ਉਹਨੇ ਬੜਾ ਜ਼ਬਰਦਸਤ ਕੰਮ ਕੀਤਾ। ਸੋ ਇਹਨਾਂ ਦੇ ਲਈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਜਦੋਂ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਇਹ ਫਰਮਾਨ ਨੂੰ ਦੁਹਰਾਉਂਦੇ ਹਾਂ ਕਿ ਹੱਥ ਛੁਰੀ ਜਗਤ ਕਸਾਈ, ਮੱਥਾ ਟਿੱਕਾ ਤੇੜ ਤੋਤੀ ਕਾ ਖਾਈ, ਹੱਥ ਛੁਰੀ ਜਗਤ ਕਸਾਈ। ਸੋ ਉਹ ਆਪਣੇ ਲੋਕਾਂ ਲਈ, ਜੇ ਤੁਸੀਂ ਇਹਨਾਂ ਦਾ ਕਾਸਟ ਸਿਸਟਮ ਦੇਖੋ 4000 ਸਾਲ ਤੋਂ, ਜਿਸ ਕਿਸਮ ਦਾ ਵਰਤਾਰਾ ਇਹਨਾਂ ਨੇ ਮਨੁੱਖਤਾ ਦੇ ਇੱਕ ਵੱਡੇ ਹਿੱਸੇ ਨਾਲ, ਫਿਰ ਔਰਤਾਂ ਪ੍ਰਤੀ ਇਹਨਾਂ ਦਾ ਕੀ ਐਟੀਟਿਊਡ ਔਰ ਕਿਵੇਂ ਸਮਾਜ ਦੇ ਵਿੱਚ ਉਸ ਨੂੰ ਸ਼ੂਦਰ ਦੇ ਬਰਾਬਰ ਬਣਾਇਆ ਹੋਇਆ ਦੇਖੋਗੇ, ਤਾਂ ਫਿਰ ਤੁਹਾਨੂੰ ਹੱਥ ਛੁਰੀ ਜਗਤ ਕਸਾਈ ਦਾ ਮਤਲਬ ਵੀ ਸਮਝ ਆਏਗਾ। ਔਰ ਇਨਸਾਨੀ ਸਫਰਿੰਗ ਨੂੰ ਕਿਵੇਂ ਇਹ ਇੰਜੋਏ ਕਰਦੇ ਨੇ ਰਾਦਰ, ਉਹ ਅਸੀਂ ਦੇਖਿਆ ਕੋਵਿਡ ਦੇ ਚਲਦੇ ਆ। ਉਹਦੇ 'ਚੋਂ ਵੀ ਪ੍ਰੋਫਿਟਿੰਗ, ਉਹਦੇ 'ਚੋਂ ਵੀ ਚੋਰੀ, ਉਹਦੇ 'ਚੋਂ ਵੀ ਫਾਇਦਾ ਚੁੱਕਣ ਦੀ ਭਾਵਨਾ। ਔਰ ਜਦੋਂ ਫਿਰ ਇਹ ਉਹਨਾਂ ਦੇ ਲਈ ਆਉਂਦਾ, ਜਿਸ ਨੂੰ ਬ੍ਰਾਹਮਣ ਨੇ ਜਾਂ ਮਲੇਛ ਲਾਨਿਆ ਹੋਇਆ ਜਾਂ ਅੱਤਵਾਦੀ, ਅਲਗਾਵਵਾਦੀ, ਉਗਰਵਾਦੀ ਕਹਿ ਕੇ, ਜਿਨ੍ਹਾਂ ਦਾ ਨਾਮੋ ਨਿਸ਼ਾਨ ਮਿਟਾਉਣ ਦਾ ਏਜੰਡਾ, ਟੋਟਲ ਵਾਰ ਜਿਨ੍ਹਾਂ ਦੇ ਅਗੇਂਸਟ ਵਿੱਢੀ ਹੋਈ ਹੈ, ਤੇ ਫਿਰ ਉਹਨਾਂ ਦੀ ਤਬਾਹੀ ਨੂੰ ਤਾਂ ਉਹ ਫੈਸਿਲੀਟੇਟ ਕਰਦੇ ਨੇ। ਔਰ ਅਸੀਂ ਆਪਣੇ ਲਾਸਟ ਪ੍ਰੋਗਰਾਮ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਬੜੀ ਡਿਟੇਲ 'ਚ ਡਿਸਕਸ ਕੀਤਾ ਸੀ ਕਿ ਕਿਵੇਂ ਇਹਨਾਂ ਦੀ ਸਿਵਲਾਈਜੇਸ਼ਨ ਨੇ ਬਿਗਨਿੰਗ ਦੇ ਵਿੱਚ, ਜਿਸ ਨੂੰ ਇਹ ਆਰੀਆ ਜਿਹੜੇ ਆਪਣੇ ਵਰਤ ਦੇ ਨਾਲ ਜੋੜ ਕੇ ਆਰੀਆ ਵਰਤ ਕਹਿ ਕੇ ਆਪਣੇ ਆਰੀਅਨ ਹੋਣ ਦਾ ਫਖਰ ਲੈਂਦੇ ਨੇ, ਸ਼ੁਭ ਨਸਲ ਜਾਂ ਉੱਚੀ ਨਸਲ ਹੋਣ ਦਾ ਦਾਅਵਾ ਕਰਦੇ ਨੇ, ਕਿ ਉਹਨਾਂ ਨੇ ਵੀ ਕਿਵੇਂ ਵਾਟਰ ਨੂੰ ਐਜ਼ ਏ ਵੈਪਨ ਇਸਤੇਮਾਲ ਕੀਤਾ ਸੀ ਦਰਾਵੜਾਂ ਦੀ ਸਿਵਲਾਈਜੇਸ਼ਨ ਨੂੰ ਡਿਸਟਰੋਏ ਕਰਨ ਲਈ ਔਰ ਉਹਨਾਂ ਨੂੰ ਫਿਜ਼ੀਕਲੀ ਮਾਰਨ ਲਈ। ਔਰ ਤੁਹਾਨੂੰ ਰਿਗਵੇਦ ਦੇ ਵਿੱਚ ਉਹ ਸ਼ਲੋਕ ਮਿਲ ਜਾਣਗੇ ਜਿਸ ਦੇ ਵਿੱਚ ਉਹਨਾਂ ਨੇ ਇੰਦਰ ਦੇਵਤਾ ਦਾ ਸ਼ੁਕਰੀਆ ਅਦਾ ਕੀਤਾ ਹੋਇਆ। ਹੁਣ ਜਿਹੜਾ ਗੋਡ ਆਫ ਵਾਟਰ ਹੈ ਉਹ ਇੰਦਰ ਹੈ, ਕਿ ਭਾਈ ਤੂੰ ਬਹੁਤ ਜਿਹੜਾ ਉਹ ਮਿਹਰਬਾਨ ਰਿਹਾ ਹੈ ਕਿ ਤੂੰ ਦੁਸ਼ਮਣ ਨੂੰ, ਜਿਨ੍ਹਾਂ ਦੇ ਲਫ਼ਜ਼ ਰਾਖਸ਼ਸ ਇਸਤੇਮਾਲ ਕੀਤਾ, ਉਹਨਾਂ ਨੇ ਘੜਿਆ ਹੀ ਰਾਖਸ਼ਸ, ਉਹਨਾਂ ਨੂੰ ਦਾਨਵ ਜਿਹੜਾ ਉਹ ਲਫ਼ਜ਼ ਦੇ ਨਾਲ ਐਡਰੈਸ ਕੀਤਾ ਹੈ ਕਿ ਉਹਨਾਂ ਨੂੰ ਤਬਾਹ ਕਰਨ ਦੇ ਵਿੱਚ ਤੂੰ ਸਾਡੀ ਮਦਦ ਕੀਤੀ। ਸੋ ਜ਼ਾਹਰ ਹੈ ਕਿ ਵੀ ਅਸੀਂ ਪੰਜਾਬ ਦੇ ਹਵਾਲੇ ਨਾਲ ਇਹ ਗੱਲ ਕੀਤੀ ਸੀ ਕਿ ਵੀ 1988 ਦੇ ਵਿੱਚ ਜਿਵੇਂ ਪੰਜਾਬ ਦੇ ਵਿੱਚ ਹੜ੍ਹ ਲਿਆਂਦੇ ਗਏ ਸੀ, ਨਤੀਜੇ ਦੇ ਤੌਰ ਤੇ 10,000 ਤੋਂ ਜ਼ਿਆਦਾ ਮੌਤਾਂ ਹੋਈਆਂ, 1 ਲੱਖ ਤੋਂ ਜ਼ਿਆਦਾ ਮਾਲ ਡੰਗਰ ਮਾਰਿਆ ਗਿਆ। ਔਰ ਉਸ ਪੀਰੀਅਡ 'ਚ ਵੀ ਜਦੋਂ ਭਜਨ ਲਾਲ ਐਗਰੀਕਲਚਰ ਮਿਨਿਸਟਰ ਸੀ, ਉਹ ਪੂਰਾ ਪੰਜਾਬ ਦੇ ਵਿੱਚ ਪਾਣੀ 'ਚ ਪੰਜਾਬ ਡੁੱਬਿਆ ਹੋਇਆ, ਔਰ ਉਹ ਹੈਲੀਕਾਪਟਰ ਦਾ ਦੌਰਾ ਕਰਕੇ ਜਾ ਕੇ ਪ੍ਰੈਸ ਕਾਨਫਰੰਸ ਕਰਕੇ ਕਹਿੰਦਾ ਹੈ ਕਿ ਪੰਜਾਬ ਦੇ ਕਿਸਾਨ, ਸਿੱਖ ਕਿਸਾਨ ਬਹੁਤ ਖੁਸ਼ ਨੇ ਕਿਉਂਕਿ ਅਗਲੀ ਫਸਲ ਬਹੁਤ ਵਧੀਆ ਹੋਏਗੀ। ਸੋ ਇਹ ਇਕੱਲਾ ਇਹੀ ਨਹੀਂ ਵੀ ਇਹ ਉਸ ਕਿਸਮ ਦਾ ਹੱਥ ਛੁਰੀ ਜਗਤ ਕਸਾਈ ਦਾ ਜਿਹੜਾ ਇਹ ਕਿਰਦਾਰ ਕਰਦੇ ਨੇ, ਉਸ ਨੂੰ ਇੰਜੋਏ ਕਰਦੇ ਨੇ। ਔਰ ਈਵਨ ਇਸ ਸਭ ਦੇ ਚਲਦਿਆਂ ਵੀ, ਕਿਉਂਕਿ ਜਿਹੜੇ ਹਿੰਦੂਤਵਾਦੀ ਵਿਚਾਰਧਾਰਾ ਦੇ ਨਾਨ ਸਟੇਟ ਐਕਟਰ ਨੇ, ਜਿਵੇਂ ਗੋਬਰ ਆਰੀਆ ਵਰਗੇ ਜਾਂ ਸੁਧੀਰ ਚੌਧਰੀ ਵਰਗੇ ਜਾਂ ਅੰਜਨਾ ਕਸ਼ਪ ਔਰ ਇਹ ਸਾਰਾ, ਤੇ ਇਹਨਾਂ ਤੋਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਹੁਣ ਇੱਕ ਪਾਸੇ ਕਿਉਂਕਿ ਜਦੋਂ ਸਾਡੇ ਪੰਜਾਬ ਨੂੰ ਹੜ੍ਹਾਂ ਦਾ ਸ਼ਿਕਾਰ ਬਣਾਇਆ ਜਾਂਦਾ, ਮੀਂਹ ਆਪਣੀ ਥਾਂ ਉਹ ਕੁਦਰਤ ਦਾ ਇੱਕ ਆਪਣਾ ਨੇਮ ਹੈ ਬਿਲਕੁਲ, ਲੇਕਿਨ ਜਿਵੇਂ ਇਹਨਾਂ ਨੇ ਜਿਹੜੇ ਡੈਮ ਨੇ ਜਾਂ ਬੈਰਾਜ ਨੇ ਉਹ ਬਿਲਕੁਲ ਸਿਲਟ ਫਿਲਡ ਰੱਖੇ ਹੋਏ ਨੇ, ਜਿਵੇਂ ਉਹਨਾਂ ਦੀ ਅੱਧੀ ਕੈਪੈਸਿਟੀ ਵੀ ਜਿਹੜੀ ਅੱਧੀ 'ਚ ਤਾਂ ਪੂਰਾ ਉਹਨਾਂ ਦਾ ਉਹ ਸਿਲਟ ਜੰਮਿਆ ਹੋਇਆ, ਔਰ ਬਾਕੀ ਕਿਵੇਂ ਬਿਨਾਂ ਵਾਰਨਿੰਗ ਤੋਂ ਪਾਣੀ ਛੱਡਣਾ, ਕਿਵੇਂ ਜਿਹੜਾ ਜਦੋਂ ਬੰਨ੍ਹ ਬਣਾਏ ਜਾਂਦੇ ਨੇ, ਕਦੇ ਤੁਸੀਂ ਬੰਨ੍ਹ ਹੈ, ਜੋ ਮੈਨੂੰ ਕੱਲ੍ਹ ਹੀ ਇੱਕ ਗੁਰਦਾਸਪੁਰ ਦੇ ਵੀਰ ਨੂੰ ਕਹਿ ਰਿਹਾ ਸੀ, ਮੈਂ ਕਿ ਸਾਨੂੰ 50 ਸਾਲ ਤੋਂ ਜ਼ਿਆਦਾ ਇਹੀ ਸੁਣਦਿਆਂ ਹੋ ਗਿਆ ਕਿ ਤੁਸੀਂ ਬੰਨ੍ਹ ਟੁੱਟ ਗਿਆ, ਤੁਸੀਂ ਬੰਨ੍ਹ। ਮੈਂ ਕਿਹਾ ਇਹ ਤੁਸੀਂ ਬੰਨ੍ਹ ਹੈ ਕਿ ਕੋਈ
ਮਾਊਂਟੇਨ ਹੈ ਜਿਹੜੀ ਉੱਥੇ ਕੀ ਖੜੀ ਹੈ, ਉਹਦੇ 'ਚ ਕੋਈ ਤਬਦੀਲੀ ਨਹੀਂ। ਪਰ ਬਿਲਕੁਲ। ਇਹ ਡੈਲੀਬਰੇਟ ਹੁੰਦਾ ਹੈ। ਇੱਕ ਪਾਸੇ ਕਰਪਸ਼ਨ ਦਾ ਇੱਕ ਆਪਣਾ ਰੋਲ ਹੈ, ਪਰ ਉਹ ਡੈਲੀਬਰੇਟਲੀ ਪੰਜਾਬ ਨੂੰ ਸੱਜ ਤੇ ਰੱਖਣਾ ਚਾਹੁੰਦੇ ਨੇ ਕਿ ਭਾਈ ਜਦੋਂ ਮਰਜ਼ੀ ਉਹ ਪਾਣੀ ਨੂੰ ਐਜ਼ ਏ ਵੈਪਨ ਇਸਤੇਮਾਲ ਕਰਨ। 1988 ਦੇ ਵਿੱਚ ਉਹਨਾਂ ਨੇ ਕੀਤਾ ਔਰ ਉਸ ਦੀ ਸਜ਼ਾ ਉਦੋਂ ਜਿਹੜਾ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਚੇਅਰਪਰਸਨ ਸੀ ਲੈਫਟੀਨੈਂਟ ਜਨਰਲ ਸਿਟਿੰਗ, ਉਹਨੂੰ ਸਿੰਘਾਂ ਨੇ ਜਿਹੜਾ ਸਜ਼ਾ ਯਾਫਤਾ ਕੀਤਾ ਸੀ, ਕਿਉਂਕਿ ਇਹ ਬਿਲਕੁਲ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਦੇ ਐਕਸਪਰਟਸ ਵੱਲੋਂ ਕਨਫਰਮ ਕੀਤਾ ਗਿਆ ਸੀ ਕਿ ਉਹਨਾਂ ਨੇ ਜਿਹੜਾ ਇਸ ਨੂੰ ਲਿਆਉਣ ਦੇ ਵਿੱਚ ਔਰ ਬਿਲਕੁਲ ਵਾਰਨਿੰਗ ਤੋਂ ਪਾਣੀ ਬਿਨਾਂ ਜਿਹੜਾ ਸਡਨ ਪਾਣੀ ਛੱਡ ਕੇ ਪੰਜਾਬ ਦੇ ਵਿੱਚ ਇੰਨੇ ਵੱਡੇ ਪੈਮਾਨੇ ਦੇ ਉੱਤੇ ਸਿੱਖਾਂ ਦੀ ਤਬਾਹੀ ਕੀਤੀ ਸੀ। ਔਰ ਹੁਣ ਵੀ ਇਹ ਜਿਹੜੇ ਨਾਨ ਸਟੇਟ ਐਕਟਰ ਜਿਹੜਾ ਗੋਬਰ ਆ ਰਹੀ ਹੈ, ਉਹਦੀ ਇੱਕ ਜਿਹੜੀ ਹੈ ਉਹ ਵੀਡੀਓ 'ਚੋਂ ਕਹਿ ਰਿਹਾ ਕਿ ਬਿਲਕੁਲ ਦੁਸ਼ਮਣ ਦੇ ਨਾਲ ਇਵੇਂ ਹੀ ਹੋਣਾ ਚਾਹੀਦਾ, ਪਹਿਲੇ ਪਿਆਸੇ ਰੱਖ ਕੇ ਮਾਰੋ ਫਿਰ ਡੋਬ ਕੇ ਮਾਰੋ। ਔਰ ਉਹਦੇ 'ਚ ਪੰਜਾਬ ਦੇ ਲੋਕ ਫਸੇ ਹੋਏ ਜਿਹੜੇ ਨੇ ਉਹਨਾਂ ਦਾ ਉਹ ਦਿਖਾਇਆ, ਬੈਕਗਰਾਊਂਡ ਜੋ ਦਿਖਾਇਆ ਜਾ ਰਿਹਾ ਔਰ ਉਹ ਬੜੀ ਬੇਸ਼ਰਮੀ ਨਾਲ ਕਹਿ ਰਿਹਾ ਪਹਿਲੇ ਪਿਆਸੇ ਮਾਰੋ। ਹੁਣ ਜ਼ਾਹਰ ਹੈ ਜਦੋਂ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਹੈ ਜਾਂ ਲੁੱਟਿਆ ਹੋਇਆ ਹੈ, ਨਾਨ ਰਾਈਪੇਰੀਅਨ ਸਟੇਟਾਂ ਨੂੰ ਦਿੱਤਾ ਜਾ ਰਿਹਾ, ਔਰ ਦੂਸਰਾ ਪਾਰਟ ਜਿਹੜਾ ਹੈ ਕਿ ਵੀ ਇਹ ਡੋਬ ਕੇ ਮਾਰੋ। ਇਸ ਸਾਰੇ ਦੇ ਚੱਲਦੇ ਆ ਬਹੁਤ ਵਾਰ ਇਹ ਹੁੰਦਾ ਹੈ ਵੀ ਕੁਝ ਚੀਜ਼ਾਂ ਤੁਹਾਡੇ ਲਈ ਇੱਕ ਨਵੀਂ ਇੰਡੀਕੇਸ਼ਨ ਵੀ ਹੁੰਦੀਆਂ ਨੇ ਪੰਜਾਬ ਦੇ ਆਮ ਲੋਕਾਂ ਦੇ ਵਿੱਚ ਵੀ। ਔਰ ਇਹ ਤੁਸੀਂ ਜੇ ਸੋਸ਼ਲ ਮੀਡੀਆ ਨੂੰ ਵੀ ਦੇਖੋ ਜਾਂ ਮੈਨੂੰ 1 to 1 ਕਈ ਵਾਰ ਉਹਨਾਂ ਲੋਕਾਂ ਦੇ ਨਾਲ ਜਿਹੜੇ ਪਹਿਲੀ ਸਟੇਜ ਦੇ ਉੱਤੇ ਖਾਲਿਸਤਾਨ ਦੇ ਹਾਮੀ ਨਹੀਂ ਸਨ, ਵਕਤ ਪਾ ਕੇ ਹੁੰਦੇ ਗਏ, ਫਿਰ ਵੀ ਕਈ ਜਿਹੜੇ ਨੇ ਉਹ ਫੈਂਸ ਸਿਟਰ ਨੇ, ਨਾ ਵਾਰਡ ਦੇ ਇੱਧਰ ਨੇ ਨਾ ਉੱਧਰ ਨੇ, ਪਰ ਉਹ ਵੀ ਇਸ ਕਨਕਲੂਜਨ ਤੇ ਆ ਗਏ ਕਿ ਭਾਈ ਸਾਡੇ ਲਈ ਤਾਂ ਰਾਹ ਕੋਈ ਬਚਿਆ ਹੀ ਨਹੀਂ ਹੈ ਜੀ, ਸਾਡੀ ਬਰਬਾਦੀ ਦਾ। ਫਿਰ ਕੱਲਾ ਇਹੀ ਨਹੀਂ ਵੀ ਉਹ ਬਰਬਾਦੀ ਦਾ ਉਹਨਾਂ ਨੇ ਸਮਾਨ ਸਾਡਾ ਇਕੱਠਾ ਕੀਤਾ ਹੋਇਆ ਔਰ ਜਦੋਂ ਮਰਜ਼ੀ ਉਹਨੂੰ ਇਸਤੇਮਾਲ ਕਰਦੇ ਨੇ, ਉਹਨੂੰ ਇੰਜੋਏ ਕਰਦੇ ਨੇ। ਰਾਹਤ ਕੋਈ ਤੁਸੀਂ ਦੇਖੋਗੇ ਕਿ ਮੋਦੀ ਉੱਥੋਂ ਚੁੱਕ ਕੇ ਚੀਨ ਚਲਾ ਗਿਆ ਆਪਣਾ ਬਸਤਾ ਜਾਂ ਦੂਜਾ, ਕੋਈ ਸੈਂਟਰ ਲੈਵਲ ਦੇ ਉੱਤੇ ਕਿਸੇ ਦੇ ਦੋ ਲਫ਼ਜ਼ ਵੀ, ਕੋਈ ਟਵੀਟ ਵੀ ਕੋਈ ਹੋਮ ਮਿਨਿਸਟਰੀ ਦੀ ਜਾਂ ਕਿਸੇ ਦੀ ਨਹੀਂ ਆਈ। ਜੇ ਮਦਦ ਕੀਤੀ ਲੋਕਾਂ ਨੇ ਇੱਕ ਦੂਜੇ ਦੇ ਨਾਲ ਖਲੋਤੇ। ਔਰ ਇਹ ਅਗੇਨ ਜਿਸ ਪੰਜਾਬ ਨੂੰ ਇਹ ਬਹੁਤ ਵਾਰ ਫਿਰਕੂ ਸੂਬਾ ਕਹਿ ਕੇ ਸਿੱਖਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦੇ ਨੇ, ਉਹ ਸੀਨ ਟਚਿੰਗ ਨੇ ਜਿਹਦੇ 'ਚ ਕਿ ਸਿੱਖ ਅੰਮ੍ਰਿਤਧਾਰੀ ਕਿਰਪਾਨਾਂ ਉੱਤੋਂ ਦੀਆਂ ਨੇ ਜਾ ਕੇ ਪੈਸਟਰਾਂ ਤੇ ਉਹ ਦੂਜੇ ਜਿਹੜੇ ਉਹਨਾਂ ਦੇ ਈਸਾਈ ਫਸੇ ਹੋਏ ਨੇ ਉਹਨਾਂ ਨੂੰ ਜਾ ਕੇ ਫੂਡ ਦੇ ਰਹੇ ਨੇ ਔਰ ਉਹ ਸ਼ੁਕਰੀਆ ਅਦਾ ਕਰ ਰਹੇ ਨੇ, ਜਾਂ ਉਹ ਹਿੰਦੂਆਂ ਦੇ ਮੰਦਰਾਂ 'ਚ ਜਾ ਕੇ ਉਹਨਾਂ ਨੂੰ ਖਵਾ ਰਹੇ ਨੇ। ਔਰ ਜਿੰਨੀਆਂ ਆਊਟਸਾਈਡ ਸਿੱਖ ਜਥੇਬੰਦੀਆਂ ਨੇ ਉਹ ਤਾਂ ਉੱਥੇ ਉਤਰੀਆਂ ਹੀ ਹੈ, ਕਲਾਕਾਰ ਦੂਸਰੇ ਯਾਨੀ ਇਵੇਂ ਲੱਗਦਾ ਜਿਵੇਂ ਕਿ ਪੰਜਾਬ ਨੇ ਇਹ ਸਮਝ ਲਿਆ ਵੀ ਸਾਡਾ ਕਿਸੇ ਨੇ ਨਹੀਂ ਕਰਨਾ, ਅਸੀਂ ਆਪਣੀ ਮਦਦ ਇੱਕ ਦੂਜੇ ਦੀ ਕਰਨੀ ਹੈ। ਔਰ ਇਸ ਲੈਵਲ ਦੇ ਉੱਤੇ ਮਦਦ ਦੀ ਗੱਲ ਜਾਂ ਦੂਜੀ ਹੈ ਕਿ ਭਾਈ, ਔਰ ਤੁਸੀਂ ਦੇਖੋ ਜਿਹੜੇ ਇਹਨਾਂ ਦੇ ਬਣਾਏ ਕੁੱਤੇ ਨੇ ਜਾਂ ਇਹਨਾਂ ਦੇ ਖੜੇ ਕੀਤੇ ਕੁੱਤੇ ਨੇ, ਜਿਵੇਂ ਰਵਨੀਤ ਬਿੱਟੂ ਬੁੱਚੜ ਬੇਅੰਤੇ ਦਾ ਪੋਤਾ ਜਿਹਨੂੰ ਮਿਨਿਸਟਰ ਬਣਾਇਆ ਹੋਇਆ, ਉਹ ਇਹ ਬਿਆਨ ਦੇ ਰਿਹਾ ਕਿ ਜੀ ਹਰਿਆਣਾ, ਕਿਉਂਕਿ ਇਹ ਵੀ ਆਵਾਜ਼ ਉੱਠੀ ਕਿ ਵੀ ਪੰਜਾਬ ਦੇ ਸਿੱਖ ਤਾਂ ਹਰ ਮੁਸੀਬਤ ਵੇਲੇ ਪਹਾੜਾਂ ਤੇ ਚੜ੍ਹ ਜਾਂਦੇ ਨੇ, ਕਦੇ ਮਨਾਲੀ ਕਦੇ ਕੁੱਲੂ ਜਾ ਕੇ ਲੰਗਰ ਲਾਉਂਦੇ ਨੇ। ਹਰਿਆਣੇ 'ਚ ਕੋਈ ਡਿਜ਼ਾਸਟਰ ਹੋਏ, ਰਾਜਸਥਾਨ ਸਾਊਥ ਇੰਡੀਆ ਤੱਕ ਹਰ ਪਾਸੇ, ਤੇ ਉਹਦਾ ਉਹ ਬੁੱਚੜ ਬੇਅੰਤੇ ਦਾ ਪੋਤਾ ਕਹਿੰਦਾ ਜੀ ਹਰਿਆਣਾ ਕਿਉਂ ਮਦਦ ਕਰੇ ਪੰਜਾਬ ਦੀ, ਇਸ ਲਈ ਮਦਦ ਨਹੀਂ ਕਰਦਾ ਕਿਉਂਕਿ ਪੰਜਾਬ ਨੇ ਉਹਨੂੰ ਪਾਣੀ ਨਹੀਂ ਦਿੱਤਾ। ਦੇਖੋ ਤੁਸੀਂ ਇਸ ਲੈਵਲ ਦੇ ਉੱਤੇ ਦੇਖੋ, ਔਰ ਇਸ ਕਿਸਮ ਦੀ ਗੱਲ ਪੱਗਵਾੜੇ ਤੋਂ ਕੌਣ ਹੈ? ਉਹ ਜਿਹੜਾ ਗੋਬਰ ਆ ਰਹੀ ਹੈ ਉਹ ਕਹਿ ਰਿਹਾ ਕਿ ਜੀ ਇਹਨਾਂ ਨੂੰ ਜਿਹੜਾ ਉਹ ਪਿਆਸੇ ਮਾਰੋ ਫਿਰ ਡੋਬ ਕੇ ਮਾਰੋ। ਔਰ ਬਾਕੀ ਸਾਰਾ ਭਾਰਤ ਜਿਹੜਾ, ਜੇ ਤੁਸੀਂ ਮੇਨ ਸਟ੍ਰੀਮ ਮੀਡੀਆ ਦੇਖੋ, ਪਹਿਲੇ ਇੱਕ ਹਫ਼ਤਾ ਖਬਰ ਹੀ ਗਾਇਬ ਸੀ ਕਿ ਵੀ ਪੰਜਾਬ ਦੇ ਵਿੱਚ, ਔਰ ਇਹ ਗੱਲ ਮੈਂ ਨਹੀਂ ਕਹਿੰਦਾ, ਈਵਨ ਕੁਝ ਜਿਹੜੇ ਇਹਨਾਂ ਦੇ ਇੰਡੀਅਨ ਨੈਸ਼ਨਲਿਸਟ ਹਿੰਦੂ ਤੋਂ ਵੀ ਨਹੀਂ ਨੇ, YouTube ਚੈਨਲ ਕਹਿ ਰਹੇ ਨੇ ਵੀ ਪੰਜਾਬ ਤੇ ਸਿੱਖ ਹਰ ਪਾਸੇ ਲੰਗਰ ਲਾਉਣ ਲਈ, ਹਰ ਇੱਕ ਦੀ ਮਦਦ ਕਰਨ ਲਈ ਅੱਗੇ ਆਉਂਦੇ ਨੇ। ਪੰਜਾਬ ਦੇ ਵਿੱਚ ਇੰਨੀ ਤਬਾਹੀ ਹੋ ਰਹੀ ਹੈ ਵੀ ਕਿੱਥੇ ਨੇ ਉਹ ਸਾਰੇ। ਔਰ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਤਰਨਤਾਰਨ, ਅੰਮ੍ਰਿਤਸਰ, ਫਿਰੋਜ਼ਪੁਰ ਜ਼ਿਲ੍ਹੇ ਬੜੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏ ਔਰ ਹੌਲੀ ਜਿਹੜਾ ਦੂਸਰੇ ਪਾਸੇ ਵੀ ਪਾਣੀ ਫੈਲਦਾ ਚਲਾ ਗਿਆ। ਲੇਕਿਨ ਇਹ ਇੱਕ ਸੋਲੀਡੈਰਿਟੀ ਵੀ ਹੈ, ਜਿਵੇਂ ਪੰਜਾਬ ਦੇ ਲੋਕਾਂ ਨੇ ਇੱਕ ਦੂਸਰੇ ਦੇ ਨਾਲ ਖਲੋ ਕੇ ਮਦਦ ਕੀਤੀ ਹੈ। ਡਾਇਸਪੋਰਾ ਸਿੱਖਾਂ ਦੇ ਵਿੱਚ ਜਿਹੜਾ ਇੱਕਦਮ ਇਸ ਦੇ ਲਈ ਇੱਕ ਪੂਰੀ ਹਲਚਲ ਹੋਈ। ਪਰ ਜਿਹੜੀ ਗੱਲ ਇਹਨੂੰ ਮੈਂ ਬਲੈਸਿੰਗ ਇਨ ਡਿਸਗਾਈਜ਼ ਹੀ ਕਹਾਂਗਾ, ਟ੍ਰੈਜਡੀ ਤਾਂ ਟ੍ਰੈਜਡੀ ਹੈ ਔਰ ਇਹ ਆਰਟੀਫਿਸ਼ੀਅਲ ਫਲੱਡਸ ਨੇ ਜਿਹੜੇ ਲਿਆਂਦੇ ਗਏ ਨੇ। ਪਰ ਇਸ ਗੱਲ ਨੇ ਈਵਨ ਜਿਹੜੇ ਫੈਂਸ ਸਿਟਰ ਨੇ
ਜਾਂ ਜਿਹੜੇ ਖਾਲਿਸਤਾਨ ਦੇ ਕਨਸੈਪਟ ਨਾਲ ਬਹੁਤੇ ਕੰਫਰਟੇਬਲ ਨਹੀਂ ਸੀ, ਉਹਨਾਂ ਨੂੰ ਵੀ ਕਨਵਿੰਸ ਕਰਤਾ ਹੈ ਕਿ ਵੀ ਇਹ ਤਾਂ ਵੀ ਇੱਕ ਉਹ ਤਬਕਾ ਹੈ ਜਿਹੜਾ ਇਹ ਕਹਿੰਦਾ ਹੈ ਕਿ ਜੀ ਸਾਡੀ ਤਾਂ ਇਕਨੋਮੀ ਖਾਲਿਸਤਾਨ ਦੇ ਨਾਲ ਜੁੜੀ ਹੋਈ, ਇੰਡੀਆ ਦੇ ਨਾਲ ਹੈ, ਅਸੀਂ ਇਕਨੋਮਿਕਲੀ ਕਿਵੇਂ ਸਰਵਾਈਵ ਕਰਾਂਗੇ। ਉਹਨਾਂ ਨੂੰ ਇਹ ਸਮਝ ਆਈ ਵੀ ਜੇ ਇਹਨਾਂ ਦੇ ਨਾਲ ਰਹੇ ਤੇ ਇਹਨਾਂ ਨੇ ਤਾਂ ਸਾਨੂੰ ਲੌਕ ਸਟਾਕ ਐਂਡ ਬੈਰਲ ਡਿਸਟਰੋਏ ਕਰਨਾ, ਆਲਰੇਡੀ ਨਾਲ ਰਹਿੰਦੇ ਆ, ਬਰਬਾਦ ਕਰ ਰਹੇ ਨੇ, ਮਦਦ ਤਾਂ ਕੀ ਕਰ ਰਹੇ ਆ, ਇਹਨਾਂ ਨੇ ਤਾਂ ਸਾਡੀ ਬਰਬਾਦੀ ਦਾ ਏਜੰਡਾ ਲਿਖਿਆ ਹੋਇਆ ਹੈ। ਸੋ ਉਹਨਾਂ ਨੂੰ ਇਹ ਸਮਝ ਆ ਰਹੀ ਹੈ ਕਿ ਵੀ ਜੇ ਈਵਨ ਇਸ ਹਾਲਤ ਦੇ ਵਿੱਚ ਵੀ ਆਪਣੀ ਕੌਮ ਹੀ ਹੈ ਜਿਹੜੀ ਮਦਦ ਦੇ ਲਈ ਆ ਰਹੀ ਹੈ ਔਰ ਉਹ ਉਹਨਾਂ ਨੂੰ ਸੇਫ ਕਰ ਰਹੀ ਹੈ, ਤਾਂ ਫਿਰ ਵਾਈ ਨਾਟ ਖਾਲਿਸਤਾਨ ਕਿਉਂ ਨਾ ਹੋਵੇ। ਔਰ ਚੰਗੀ ਗੱਲ ਇਹ ਹੈ, ਮੈਂ ਦੇਖਦਾ ਹਾਂ ਕਿ ਵੀ ਈਵਨ ਈਰਾਨ ਦੇ ਹੈਸ਼ਟੈਗ ਤੋਂ ਪੰਜਾਬ ਦੇ ਨਾਂ ਤੇ, ਕਿਉਂਕਿ ਮੈਨੂੰ ਇਹ ਲੱਗਦਾ ਹੈ ਕਿ ਵੀ ਦੁਨੀਆ ਦੇ ਇੱਕ ਵੱਡੇ ਹਿੱਸੇ ਨੂੰ ਇਹ ਸਮਝ ਆਉਣੀ ਸ਼ੁਰੂ ਹੋ ਗਈ ਹੈ ਕਿ ਪੰਜਾਬ ਜਿਹੜਾ ਜਿੱਥੇ ਸਿੱਖ ਵਸਦੇ ਨੇ ਇਹ ਭਾਰਤ ਦਾ ਹਿੱਸਾ ਨਹੀਂ ਹੈ। ਇਹਨਾਂ ਦਾ ਵਿਹਾਰ, ਇਹਨਾਂ ਦਾ ਕਿਰਦਾਰ, ਇਹਨਾਂ ਦਾ ਓਵਰਆਲ ਹੋਂਦ ਵੱਖਰੀ ਹੈ। ਔਰ ਮੈਂ ਪਹਿਲੀ ਵਾਰ ਦੇਖ ਰਿਹਾ ਕਿਉਂਕਿ ਹੁਣ ਈਰਾਨ ਦੇ ਮੁੱਦੇ ਦੇ ਉੱਤੇ ਵੀ ਜਿਵੇਂ ਇੰਡੀਆ ਨੇ ਡਬਲ ਕ੍ਰਾਸ ਕੀਤਾ, ਇਹਨਾਂ ਦੇ ਏਜੰਟ ਹੀ ਜਿਹੜੇ ਸੀ ਉਹ ਮੋਸਾਦ ਦੇ ਲਈ ਕੰਮ ਕਰਦੇ ਰਹੇ, ਜਿਨ੍ਹਾਂ ਨੂੰ ਬਾਅਦ 'ਚ ਇਰਾਨੀਆਂ ਨੇ ਫੁੰਡਿਆ ਵੀ ਔਰ ਇਜ਼ਰਾਈਲ ਨੂੰ ਕੰਡੈਮ ਵੀ ਨਹੀਂ ਕੀਤਾ ਇੰਡੀਆ ਨੇ। ਔਰ ਈਰਾਨ ਹੈਸ਼ਟੈਗ ਤੋਂ ਈਰਾਨ ਇਨ ਇੰਡੀਆ ਦੇ ਥੱਲੇ ਹੈ ਕਿ ਉਹਨਾਂ ਨੇ ਐਕਸਕਲੂਸਿਵਲੀ ਪੰਜਾਬ ਦੇ ਨਾਲ ਹਮਦਰਦੀ ਦਾ ਇਜ਼ਹਾਰ ਕਰਦਿਆਂ ਕਿਹਾ, disheartening to see the devastating floods in Punjab that led to immense loss and pain. Our thoughts and prayers with the affected people of Punjab and everyone who helps them in this grave moments. May God protect and bless all. ਕਿ ਵੀ ਇਹ ਦੇਖ ਕੇ ਬਹੁਤ ਦੁੱਖ ਹੈ ਕਿ ਪੰਜਾਬ ਦੇ ਹੜ੍ਹਾਂ ਦੇ ਨਾਲ ਜਿਹੜਾ ਬਹੁਤ ਜ਼ਿਆਦਾ ਲਾਸ ਹੈ, ਨੁਕਸਾਨ ਹੈ, ਬਹੁਤ ਜ਼ਿਆਦਾ ਦਰਦ ਹੈ। ਸਾਡੇ ਖਿਆਲ ਔਰ ਦੁਆਵਾਂ ਜਿਹੜੀਆਂ ਨੇ ਉਹ ਪੰਜਾਬ ਦੇ ਲੋਕਾਂ ਨਾਲ ਨੇ ਔਰ ਜਿਹੜੇ ਵੀ ਇਸ ਸੰਕਟ ਦੀ ਘੜੀ ਦੇ ਵਿੱਚ ਉਹਨਾਂ ਦੀ ਮਦਦ ਕਰ ਰਹੇ ਨੇ। ਅੱਲਾਹ ਤਾਲਾ ਸਭ ਨੂੰ ਪ੍ਰੋਟੈਕਟ ਕਰੇ ਔਰ ਹਰ ਇੱਕ ਦੇ ਉੱਤੇ ਉਸ ਦੀ ਬਲੈਸਿੰਗ ਹੋਏ। ਸੋ ਮੈਨੂੰ ਨਹੀਂ ਲੱਗਦਾ ਵੀ ਇਸ ਤੋਂ ਪਹਿਲਾਂ ਕਦੇ ਵੀ ਈਰਾਨ ਨੇ ਪੰਜਾਬ ਦੇ ਹਵਾਲੇ ਨਾਲ ਪੰਜਾਬ ਨੂੰ, ਹਾਲਾਂਕਿ ਇਹ ਨਹੀਂ ਹੈ ਤਬਾਹੀ ਬਰਬਾਦੀ ਹਿਮਾਚਲ ਦੇ ਵਿੱਚ ਵੀ ਹੋਈ ਹੈ, ਜੰਮੂ ਦੇ ਵਿੱਚ ਵੀ ਹੋਈ ਹੈ, ਉੱਤਰਾਖੰਡ ਦੇ ਵਿੱਚ ਵੀ ਹੋਈ ਹੈ, ਪਰ ਜੇ ਈਰਾਨ ਦੀ ਇਸ ਤੋਂ ਐਕਸਕਲੂਸਿਵ ਪੰਜਾਬ ਦੇ ਨਾਲ, ਸੋ ਉਹ ਇੱਕ ਸਿਗਨਲਿੰਗ ਹੁੰਦੀ ਹੈ, ਕਈ ਵਾਰੀ ਕੁਝ ਚੀਜ਼ਾਂ ਇਸ਼ਾਰਾ ਹੁੰਦਾ ਹੈ। ਔਰ ਇਸੇ ਤਰ੍ਹਾਂ ਪਾਣੀ ਇਕੱਲਾ ਇੱਧਰ ਨਹੀਂ, ਜਦੋਂ ਤੁਸੀਂ ਬੰਨ ਔਰ ਉਸ ਸਾਰੇ ਦੇ ਨਾਲ ਉਹਨਾਂ ਨੇ ਪਾਣੀ ਪਾਕਿਸਤਾਨ ਵੱਲ ਵੀ ਧੱਕਿਆ ਤੇ ਕਰਤਾਰਪੁਰ ਸਾਹਿਬ ਕੋਰੀਡੋਰ ਜਿਹੜਾ ਹੈ ਔਰ ਗੁਰਦੁਆਰਾ ਸਾਹਿਬ ਦਰਬਾਰ ਸਾਹਿਬ 6-6 ਫੁੱਟ ਤੋਂ ਵੀ ਉੱਪਰ ਪਾਣੀ ਆਇਆ, ਉਹਨਾਂ ਨੇ ਇਮੀਡੀਏਟ ਜਿਹੜਾ ਉਹ ਉਸ ਨੂੰ ਰੈਸਕਿਊ ਕੀਤਾ, 100 ਤੋਂ ਜ਼ਿਆਦਾ ਬੰਦਿਆਂ ਨੂੰ ਬਾਹਰ ਕੱਢਿਆ। ਔਰ ਅਸੀਂ ਇਹ ਦੇਖਦੇ ਹਾਂ ਵੀ ਜਿਨ੍ਹਾਂ ਪ੍ਰਤੀ ਸਾਡੇ ਅੰਦਰ ਕਿੰਨੇ ਲੰਬੇ ਸਮੇਂ ਤੋਂ ਨਫ਼ਰਤ ਭਰੀ ਜਾਂਦੀ ਰਹੀ, ਇਹ ਤਾਂ ਜੂਨ 84 ਨੇ ਇੱਕ ਅੱਖਾਂ ਖੋਲੀਆਂ ਨੇ ਸਿੱਖਾਂ ਦੇ ਵੀ ਇੱਕ ਵੱਡੇ ਤਬਕੇ ਦੀਆਂ ਨੇ। ਤਾਂ 47 ਤੋਂ 84 ਤੱਕ ਉਹਨਾਂ ਦੀਆਂ ਟੈਕਸਟ ਬੁੱਕਸ, ਨੈਰੇਟਿਵ, ਟੋਟਲ ਬਲੌਕੇਡ, ਕੋਈ ਜਥਿਆਂ ਨੂੰ ਵੀ ਜਾਣ ਦੀ ਇਜਾਜ਼ਤ ਉਹ ਵੀ ਜਦੋਂ ਮਰਜ਼ੀ ਬੰਦ ਕਰ ਦੇਣ। ਹੁਣ ਕਦੋਂ ਦਾ ਮਈ 7, 8, 9, 10 ਤੋਂ ਬਾਅਦ ਇਹ ਕ੍ਰਿਕਟ ਪਾਕਿਸਤਾਨ ਨਾਲ ਖੇਡ ਸਕਦੇ ਨੇ, ਕਰਤਾਰਪੁਰ ਕੋਰੀਡੋਰ ਬੰਦ ਕੀਤਾ ਹੋਇਆ ਸੀ। ਲੇਕਿਨ ਜਦੋਂ ਉਹਨਾਂ ਨੇ ਇਸ ਕਿਸਮ ਦਾ ਪਾਣੀ ਨੂੰ ਐਜ਼ ਏ ਵੈਪਨ ਯੂਜ਼ ਕਰਕੇ ਈਵਨ ਉਧਰ ਨੂੰ ਵੀ ਧੱਕਿਆ, ਪਾਕਿਸਤਾਨੀ ਪੰਜਾਬ ਦੀ ਚੀਫ ਮਿਨਿਸਟਰ ਮਰੀਮ ਨਵਾਜ਼, ਉਹਨੇ ਉਹ ਹਾਇਰ ਲੈਵਲ ਔਰ ਉਹ ਸਾਰੀ ਵੀਡੀਓ ਵੀ ਕਲਿੱਪ ਸਾਰੇ ਪਾਸੇ ਗਈਆਂ, ਉਹ ਹਾਇਰ ਲੈਵਲ ਆਫੀਸ਼ੀਅਲਸ ਦੀ ਮੀਟਿੰਗ ਕਰ ਰਹੀ ਆ। ਉਹ ਕਹਿੰਦੀ ਆ ਵੀ ਰਿਲੀਫ ਐਫਰਟ ਕਰੋ, ਸਭ ਤੋਂ ਪਹਿਲਾਂ ਸਿੱਖਾਂ ਦੀ ਇਬਾਦਤਗਾਹ ਕਰਤਾਰਪੁਰ ਸਾਹਿਬ ਚੋਂ ਪਾਣੀ ਕੱਢੋ, ਮੋਟਰਾਂ ਲਾਓ, ਇਹਨੂੰ ਜੋ ਵੀ ਕੀਤਾ ਜਾਂਦਾ ਕਰੋ। ਔਰ ਇਹ ਸਾਰੇ ਨੂੰ, ਔਰ ਇਕੱਲਾ ਇਹੀ ਨਹੀਂ, ਪਾਕਿਸਤਾਨ ਦੇ ਜਿਹੜੇ ਫੌਜੀ ਮੁਖੀ ਫੀਲਡ ਮਾਰਸ਼ਲ ਅਕਰਮ ਮੁਨੀਰ, ਉਹਨਾਂ ਦੀ ਇੱਕ ਵੀਡੀਓ ਵੀ ਹੋਈ ਜਿਹਦੇ 'ਚ ਉਹਨਾਂ ਨੇ ਕਿਹਾ ਕਿ ਭਾਈ ਸਿੱਖਾਂ ਦੇ ਅਸੀਂ ਜਿਹੜਾ ਇਬਾਦਤਗਾਹ ਨੂੰ ਹਰ ਹਾਲਤ ਦੇ ਵਿੱਚ ਸਭ ਤੋਂ ਪਹਿਲਾਂ ਫੰਕਸ਼ਨਲ ਕਰਾਂਗੇ। ਔਰ ਉਹਨਾਂ ਨੇ ਵੀ ਇਹੀ ਹਦਾਇਤ ਦਿੱਤੀ, ਉਹਨਾਂ ਨੇ ਕਿਹਾ ਵੀ ਅਸੀਂ ਇਹ ਸਾਡੇ ਭਰਾ ਨੇ ਔਰ ਅਸੀਂ ਇਹਨਾਂ ਦੀ ਇਬਾਦਤਗਾਹ ਨੂੰ ਜਲਦੀ ਤੋਂ ਜਲਦੀ ਜਿਹੜਾ ਹੈ ਉਹ ਨਾਰਮਲ ਵਾਂਗ ਕਰਾਂਗੇ। ਔਰ ਉਹਦੇ 'ਚ ਨਾਲ ਦੀ ਨਾਲ ਇਹ ਵੀ ਪਿਕਚਰਸ ਆਈਆਂ ਕਿ ਕਿਵੇਂ ਪਾਕਿਸਤਾਨ ਵਿਚਲੇ ਸਿੱਖਾਂ ਨੇ ਵੀ ਫੌਰਨ ਅਰਦਾਸਾ ਸੋਧ ਕੇ ਕਾਰ ਸੇਵਾ ਆਰੰਭੀ ਔਰ ਹੁਣ ਕਾਫੀ ਹੱਦ ਤੱਕ ਜਿਹੜਾ ਉਹ ਜਿਹਨੂੰ
ਉਹਦੀ ਓਰੀਜਨੈਲਿਟੀ 'ਚ ਉਹਨੂੰ ਰੀਸਟੋਰ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਇਸ ਪੀਰੀਅਡ ਦੇ ਵਿੱਚ ਹੀ ਚੌਧਰੀ ਫਵਾਦ ਹੁਸੈਨ ਜਿਹੜੇ ਇਮਰਾਨ ਖਾਨ ਦੀ ਪਾਰਟੀ ਨਾਲ ਸੰਬੰਧਿਤ ਨੇ, ਮਿਨਿਸਟਰ ਵੀ ਰਹੇ ਉਹਨਾਂ ਦੀ ਕੈਬਨਿਟ 'ਚ, ਉਹਨਾਂ ਨੇ ਟਵੀਟ ਕੀਤਾ ਕਿ ਭਾਈ ਦਾ ਫਲੱਡ ਐਫਲਿਕਟਡ ਪੰਜਾਬ ਟ੍ਰੀਟਮੈਂਟ by India's Hindutva government clearly shows that it is racist and anti-humanity. The prayers of your brothers residing beyond the stars are with you. ਉਹਨਾਂ ਨੇ ਇਹ ਕਿਹਾ ਕਿ ਭਾਈ ਇਹ ਮੈਸੇਜ ਸਾਨੂੰ ਜਿਹੜਾ ਜੋ ਅਸੀਂ ਦੇਖ ਰਹੇ ਹਾਂ ਕਿ ਵੀ ਪੰਜਾਬ ਦੇ ਲੋਕਾਂ ਦੇ ਨਾਲ ਇੰਡੀਆ ਦੇ ਹਿੰਦੂਤਵੀ ਕੀ ਕਰ ਰਹੇ ਨੇ, ਇਹ ਦੱਸ ਰਿਹਾ ਕਿ ਵੀ ਇਹ ਕਿਵੇਂ ਨਸਲਵਾਦੀ ਨੇ ਔਰ ਇਨਸਾਨੀਅਤ ਦੇ ਵੀ ਖਿਲਾਫ ਨੇ। ਔਰ ਜਿਹੜੇ ਤੁਹਾਡੇ ਤੋਂ ਦੂਰ ਬੈਠੇ ਤੁਹਾਡੇ ਭਰਾ ਨੇ ਪਾਕਿਸਤਾਨੀਆਂ ਦਾ ਉਹ ਜ਼ਿਕਰ ਕਰ ਰਹੇ ਨੇ, ਸਾਡੀਆਂ ਦੁਆਵਾਂ ਤੁਹਾਡੇ ਨਾਲ ਨੇ। ਔਰ ਇਸ ਦੇ ਉੱਤੇ ਸਾਡੇ ਵੀਰ ਸੁਖਜਿੰਦਰ ਸਿੰਘ ਹੋਰਾਂ ਨੇ ਸਾਨੂੰ ਇੱਕ ਲਿਖਤ ਵੀ ਭੇਜੀ ਹੈ ਜਿਹਦੇ 'ਚ ਉਹਨਾਂ ਨੇ ਇਹ ਕਿਹਾ ਕਿ ਰੈਵਰਡ ਡਾਕਟਰ ਸਾਹਿਬ ਜੀਓ, ਇੰਡੀਆ ਹੈਜ਼ ਬੀਨ ਯੂਜ਼ਿੰਗ ਵਾਟਰ ਐਜ਼ ਏ ਵੈਪਨ ਅਗੇਂਸਟ ਪੰਜਾਬ ਈਸਟ ਐਂਡ ਵੈਸਟ, ਕਿਉਂਕਿ ਪਾਕਿਸਤਾਨੀ ਪੰਜਾਬ 'ਚ ਵੀ ਇੱਧਰੋਂ ਤਵੀ ਤੋਂ ਕਰਕੇ ਸਿਆਲਕੋਟ 'ਚ ਵੀ ਔਰ ਦੂਸਰਾ ਵੀ ਪਾਕਿਸਤਾਨ 'ਚ ਵੀ ਫਲੱਡਸ ਨੇ ਕਾਫੀ ਤਬਾਹੀ ਮਚਾਈ। ਔਰ ਇਹਨਾਂ ਨੇ ਵੀ ਇੱਕ ਪਾਸੇ ਤੇ ਧਮਕੀਆਂ ਦੇ ਰਹੇ ਸੀ ਅਸੀਂ ਪਾਣੀ ਰੋਕ ਲਾਂਗੇ, ਵੀ ਰੋਕ ਲਓ ਹੁਣ, ਪਰ ਇਹਨਾਂ ਨੇ ਜਿਹੜਾ ਉਹ ਵਾਧੂ ਬਿਨਾਂ ਵਾਰਨਿੰਗ ਤੋਂ ਵੀ ਕਈ ਹਾਲਤਾਂ ਛੱਡਿਆ। ਔਰ ਇਸ ਵੱਲ ਉਹਨਾਂ ਨੇ ਇਸ਼ਾਰਾ ਕੀਤਾ ਕਿ ਇੰਡੀਆ ਹੈਜ਼ ਬੀਨ ਯੂਜ਼ਿੰਗ ਵਾਟਰ ਐਜ਼ ਏ ਵੈਪਨ ਅਗੇਂਸਟ ਪੰਜਾਬ ਈਸਟ ਐਂਡ ਵੈਸਟ ਟੂ ਡਿਸਟਰੋਏ ਦਾ ਸਿੱਖ ਸਪਿਰਿਟ ਪੰਜਾਬ ਪੰਜਾਬੀਜ਼ ਐਂਡ ਵੀਕਨ ਪੰਜਾਬ ਇਕਨੋਮਿਕਲੀ। Downstream, West Punjab is also affected in the same manner. Wars also kill the Punjabi community on both sides of the borders. ਕਿ ਜਦੋਂ ਇਹ ਜੰਗ ਛੇੜਦੇ ਨੇ ਇੰਡੀਆ ਵਾਲੇ ਸ਼ਰਾਰ, ਉਦੋਂ ਵੀ ਬਰਬਾਦੀ ਦੋਵਾਂ ਪੰਜਾਬਾਂ ਦੀ ਹੁੰਦੀ ਹੈ। ਪਾਣੀ ਨੂੰ ਵੀ ਐਜ਼ ਏ ਵੈਪਨ ਦੋਨਾਂ ਪੰਜਾਬਾਂ ਨੂੰ ਡਿਸਟਰੋਏ ਕਰਨ ਲਈ ਇਸਤੇਮਾਲ ਕਰਦੇ ਨੇ। ਫਿਰ ਉਹਨਾਂ ਕਿਹਾ ਇਟ ਇਜ਼ ਸੁਜੈਸਟਡ that President Trump be apprised of the situation, how India has once again used water as a weapon after shameful defeat in her war against Pakistan. Indian Hindu Modi government wants to teach the Sikhs a lesson for revolting against India and refusing to fight Indian war against Pakistan. It is yet another genocide and econocide of the Sikhs in Punjab. ਉਹਨਾਂ ਨੇ ਕਿਹਾ ਕਿ ਵੀ ਤੁਸੀਂ ਪ੍ਰੈਜ਼ੀਡੈਂਟ ਟਰੰਪ ਨੂੰ ਇਸ ਗੱਲ ਤੋਂ ਜਾਣੂ ਕਰਵਾਓ ਕਿ ਭਾਰਤ ਨੇ ਇੱਕ ਵਾਰ ਫਿਰ ਪਾਣੀ ਨੂੰ ਹਥਿਆਰ ਵਜੋਂ ਇਸਤੇਮਾਲ ਕੀਤਾ, ਖਾਸ ਤੌਰ 'ਤੇ ਜਿਹੜੀ ਉਸ ਦੀ ਭਾਰਤ ਦੀ ਪਾਕਿਸਤਾਨ ਦੇ ਹੱਥੋਂ ਸ਼ਰਮਨਾਕ ਹਾਰ ਹੋਈ ਹੈ। ਔਰ ਉਹ ਭਾਰਤ ਦੀ ਮੋਦੀ ਦੀ ਹਿੰਦੂਤਵੀ ਸਰਕਾਰ ਸਿੱਖਾਂ ਨੂੰ ਇੱਕ ਸਬਕ ਸਿਖਾਉਣਾ ਚਾਹੁੰਦੀ ਹੈ ਕਿਉਂਕਿ ਉਹਨਾਂ ਨੇ ਭਾਰਤ ਦੇ ਖਿਲਾਫ ਵਿਦਰੋਹ ਕੀਤਾ ਔਰ ਇਹ ਜਿਹੜੀ ਇੰਡੀਆ ਦੀ ਵਾਰ ਸੀ ਅਗੇਂਸਟ ਪਾਕਿਸਤਾਨ 'ਚ ਉਸ ਸ਼ਮੂਲੀਅਤ ਤੋਂ ਨਾ ਕੀਤੀ। ਔਰ ਇਹ ਜਿਹੜਾ ਉਹਨਾਂ ਦਾ ਵਾਟਰ ਐਜ਼ ਏ ਵੈਪਨ ਯੂਜ਼ ਕਰਨਾ ਇੱਕ ਹੋਰ ਤਰੀਕਾ ਹੈ ਨਸਲਕੁਸ਼ੀ ਦਾ ਔਰ ਆਰਥਿਕ ਨਸਲਕੁਸ਼ੀ ਦਾ ਵੀ। ਨਸਲ ਤਾਂ ਫਿਜ਼ੀਕਲ ਹੁੰਦੀ ਹੈ ਕਿ ਆਰਥਿਕ ਤੌਰ 'ਤੇ ਤਬਾਹ ਕਰਨ ਦਾ ਵੀ। ਨੋਟੇਬਲੀ ਪਾਕਿਸਤਾਨ ਇਜ਼ ਸਟਿਲ ਏ ਰੋਟੇਟਿੰਗ ਨਾਨ ਪਰਮਾਨੈਂਟ ਮੈਂਬਰ ਆਫ ਦਾ UN ਸਿਕਿਉਰਿਟੀ ਕਾਉਂਸਲ and this term will end in 2026 ਕਿ ਪਾਕਿਸਤਾਨ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦਾ ਨਾਨ ਪਰਮਾਨੈਂਟ ਮੈਂਬਰ ਹੈ ਔਰ ਉਸ ਦੀ ਟਰਮ 2026 ਦੇ ਵਿੱਚ ਖਤਮ ਹੋਣੀ ਹੈ, ਅਜੇ ਇੱਕ ਸਾਲ ਪਿਆ ਹੈ। appropriate channels be opened with Pakistan government too, asking them to raise this issue in the UN Security Council immediately. Matter be brought against India as Modi also plans to attend UN session in September. ਬਾਜਵਾ ਸਾਹਿਬ ਨੇ ਇਹ ਕਿਹਾ ਕਿ ਵੀ ਪਾਕਿਸਤਾਨ ਦੀ ਸਰਕਾਰ ਜਿਹੜੀ ਹੈ ਉਹਦੇ ਨਾਲ ਗੁਫ਼ਤਗੂ ਹੋਣੀ ਚਾਹੀਦੀ ਹੈ ਕਿ ਉਹ ਇਸ ਇਸ਼ੂ ਨੂੰ, ਕਿਉਂਕਿ ਉਹ ਨਾਨ ਪਰਮਾਨੈਂਟ ਮੈਂਬਰ ਨੇ, ਰੋਟੇਟਿੰਗ ਮੈਂਬਰ ਨੇ, ਕਿ ਇਸ ਇਸ਼ੂ ਨੂੰ UN ਸਿਕਿਉਰਿਟੀ ਕਾਉਂਸਲ ਦੇ ਵਿੱਚ ਲਿਆਉਣ। ਔਰ ਇਹ ਕਿਉਂਕਿ ਜ਼ਰੂਰੀ ਹੈ ਆਉਣ ਵਾਲੇ ਸਤੰਬਰ ਮਹੀਨੇ 'ਚ ਜਦੋਂ ਕਿ UN ਜਨਰਲ ਅਸੈਂਬਲੀ ਹੋਣੀ ਹੈ, ਉਹਦੇ 'ਚ ਮੋਦੀ ਵੀ ਵਿਜ਼ਿਟ ਕਰ ਰਿਹਾ ਔਰ ਇੰਡੀਅਨ ਗਵਰਨਮੈਂਟ ਨੇ, ਉਹਨਾਂ ਦੀ ਫੋਰਨ ਮਿਨਿਸਟਰੀ ਨੇ ਕਿਹਾ ਕਿ ਵੀ ਮੋਦੀ ਆਏਗਾ ਨਿਊਯਾਰਕ। ਸੋ ਇਸ ਇਸ਼ੂ ਨੂੰ ਚੁੱਕਿਆ ਜਾਣਾ ਚਾਹੀਦਾ। ਬਾਜਵਾ ਸਾਹਿਬ ਦਾ ਬਹੁਤ ਬਹੁਤ ਸ਼ੁਕਰੀਆ, ਉਹਨਾਂ ਨੇ ਬਿਲਕੁਲ ਐਪਰੋਪਰੀਏਟ ਸ਼ਬਦਾਵਲੀ ਇਸਤੇਮਾਲ ਕੀਤੀ ਹੈ ਕਿ ਇਹ ਜੈਨੋਸਾਈਡ ਵੀ ਹੈ, ਕੋਨੋਸਾਈਡ ਵੀ ਹੈ, ਦੋਨੋਂ ਪੰਜਾਬਾਂ ਦਾ।
ਜੰਗ ਵੀ ਛੇੜੀ ਜਾਂਦੀ ਹੈ ਤਾਂ ਦੋਨਾਂ ਦੀ ਤਬਾਹੀ ਹੁੰਦੀ ਹੈ। ਪਰ ਜਿਹੜੀ ਇੰਟਰਨੈਸ਼ਨਲ ਲੈਵਲ ਤੇ ਪਾਕਿਸਤਾਨ, ਔਰ ਇਹਦੇ 'ਚ ਇੰਟਰਸਟਿੰਗ ਗੱਲ ਇਹ ਹੈ ਕਿ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ, ਟਰੰਪ ਇਹ ਕਹਿ ਰਿਹਾ ਕਿ ਮੈਨੂੰ ਇਹ ਪਤਾ ਹੈ ਵੀ ਕਿਵੇਂ ਫਲੱਡ ਪਾਣੀ 'ਚ ਪੰਜਾਬ 'ਚ ਲਿਆਂਦੇ ਗਏ, ਮੈਂ ਵਾਰਨ ਕਰਦਾ ਮੋਦੀ ਨੂੰ। ਤੇ ਮੈਨੂੰ ਦੋ ਤਿੰਨਾਂ ਨੇ ਕਿਹਾ ਕਿ ਜੀ ਲੋ ਹੁਣ ਤਾਂ ਟਰੰਪ ਵੀ ਬੋਲ ਰਿਹਾ ਫਲੱਡ ਤੇ। ਮੈਂ ਕਿਹਾ ਇਹ ਠੀਕ ਨਹੀਂ ਹੈ, ਉਹ ਆਰਟੀਫਿਸ਼ੀਅਲ ਇੰਟੈਲੀਜੈਂਸ ਨਾਲ ਕ੍ਰੀਏਟ ਕੀਤੀ ਹੋਈ ਵੀਡੀਓ ਹੈ। ਸੋ ਅੱਜ ਕੱਲ੍ਹ ਇਸ ਗੱਲ ਦਾ ਵੀ ਧਿਆਨ ਰੱਖੋ, ਬਹੁਤ ਸਾਰੇ ਅੱਗੇ ਸ਼ੇਅਰ ਕਰਨ ਲੱਗ ਜਾਂਦੇ ਨੇ। ਸੋ ਮੈਂ ਕਿਹਾ ਕਿ ਭਾਈ ਟਰੰਪ ਨੇ ਉਹੀ ਇਹਨਾਂ ਦੇ ਗਲ 'ਚ ਅੰਗੂਠਾ ਦਿੱਤਾ ਹੋਇਆ, ਉਹਨਾਂ ਨੇ ਫੜਿਆ ਹੀ ਧੌਣ ਤੋਂ ਇਸੇ ਢੰਗ ਨਾਲ ਹੋਇਆ ਹੈ ਕਿ ਉਹ ਸਾਰਿਆਂ ਦਾ ਹੀ ਅਸੀਂ ਡਿਸਕਸ ਵੀ ਕਰਾਂਗੇ ਕਿ ਭਾਈ ਇਹਨਾਂ ਨੂੰ ਹੁਣ ਇਹਨਾਂ ਦੇ ਬ੍ਰਾਹਮਣਾਂ ਦੇ ਵੀ ਸਮਝ ਆਣੀ ਸ਼ੁਰੂ ਹੋ ਗਈ ਹੈ। ਨਵੈਰੋ ਨੇ ਪਰਟੀਕੂਲਰਲੀ ਕਿਹਾ ਕਿ ਵੀ ਕਿਵੇਂ ਇਹ ਜਿਹੜਾ ਆਇਲ ਬਿਜ਼ਨਸ ਰਸ਼ੀਆ ਨਾਲ ਕਰ ਰਹੇ ਨੇ, ਆਮ ਇੰਡੀਅਨਸ ਨੂੰ ਇਹਦਾ ਕੋਈ ਫਾਇਦਾ ਨਹੀਂ, ਬ੍ਰਾਹਮਨਸ ਆਰ ਪ੍ਰੋਫਿਟਿੰਗ, ਕਿ ਉਹ ਆਪਣੀਆਂ ਜੇਬਾਂ ਭਰ ਰਹੇ ਨੇ ਧਨ ਦੇ ਨਾਲ। ਸੋ ਹੌਲੀ ਹੌਲੀ ਇਸ ਪਾਸੇ ਵੀ ਗੱਲ ਆਏਗੀ, ਕਿਉਂਕਿ ਅਲਟੀਮੇਟਲੀ ਜਿਹੜਾ ਜਿਸ ਢੰਗ ਦੇ ਨਾਲ ਭਾਰਤ ਨੇ ਸ਼ੇਮਲੈਸਲੀ ਜਿਹੜਾ ਜਾ ਕੇ ਚੀਨ ਦੇ ਅੱਗੇ ਆਪਣਾ ਸਰੈਂਡਰ ਕੀਤਾ ਹੈ, ਪੁਤਿਨ ਦੀ ਗੱਡੀ 'ਚ ਬਹਿ ਕੇ 1 ਘੰਟਾ ਜਿਹੜਾ ਉਹ ਯੱਕੜ ਮਾਰਦਾ ਰਿਹਾ, ਪਤਾ ਨਹੀਂ ਉਹ ਰਸ਼ੀਅਨ ਬੋਲਦਾ ਹੋਣਾ, ਹਿੰਦੀ ਬੋਲਦਾ ਹੋਣਾ, ਪਰ ਇਹੋ ਜਿਹੀ ਬਹੁਤ ਸੇਫ ਗੱਲਬਾਤ ਹੋਈ। ਸੋ ਅਸੀਂ ਸਮਝਦੇ ਹਾਂ ਵੀ ਇਸ ਦੇ ਉੱਤੇ ਈਵਨ ਪਬਲੀਕੇਸ਼ਨ ਬਾਜ਼ ਦੇ ਇੱਕ ਸੱਜਣ ਨੇ ਜਸਕਰਨ ਸੰਧੂ, ਉਹਨਾਂ ਦਾ ਬੜਾ ਖੂਬਸੂਰਤ ਰਾਈਟ ਅਪ ਹੈ ਜਿਹਦੇ 'ਚ ਉਹਨਾਂ ਨੇ ਕਿਹਾ ਦਾ ਫਲੱਡ ਸ਼ੁੱਡ ਰੈਡੀਕਲਾਈਜ਼ ਪੰਜਾਬ, ਕਿ ਵੀ ਇਹ ਫਲੱਡਸ ਤੋਂ ਬਾਅਦ ਪੰਜਾਬ ਦੇ ਲੋਕ ਇਹ ਸਮਝ ਲੈਣ ਵੀ ਅਸੀਂ ਖਾਲਿਸਤਾਨ ਬਣਾਉਣਾ ਹੀ ਬਣਾਉਣਾ ਹੈ। ਇਸ ਤੋਂ ਬਿਨਾਂ ਫਿਰ ਉਹਨਾਂ ਨੇ ਸਬ ਹੈਡਿੰਗ ਦਿੱਤਾ ਹੈ, ਪੰਜਾਬ ਕੈਨ ਨਾਟ ਕੀਪ ਸੈਕਰੀਫਾਈਸਿੰਗ ਇਟਸੈਲਫ ਫਾਰ ਐਨ ਅਨਗ੍ਰੇਟਫੁਲ ਕੰਟਰੀ, ਕਿ ਜਿਹੜੇ ਨਾ ਸ਼ੁਕਰੇ ਨੇ ਉਹਨਾਂ ਦੇ ਲਈ ਪੰਜਾਬ ਆਪਣੇ ਆਪ ਨੂੰ ਬਰਬਾਦੀ ਦੇ ਰਾਹ ਤੇ ਪਾਈ ਰੱਖੇ, ਇਹ ਠੀਕ ਨਹੀਂ ਹੈ। ਔਰ ਉਹਦੇ 'ਚ ਉਹਨਾਂ ਨੇ ਕਿਹਾ ਕਿ ਵੀ ਇਹ ਕੋਈ ਐਨਵਾਇਰਨਮੈਂਟਲ ਡਿਜ਼ਾਸਟਰ ਨਹੀਂ ਹੈ ਜੋ ਹੋਇਆ। ਇੰਡੀਆ ਓਪਨ ਡੈਮਸ ਐਂਡ ਕਲੋਜ਼ਡ ਕੈਨਾਲਸ ਟਰਨਿੰਗ ਪੰਜਾਬ ਇਨਟੂ ਏ ਲੇਕ, ਕਿ ਉਹਨਾਂ ਨੇ ਜਿਹੜੇ ਡੈਮ ਓਪਨ ਕਰ ਦਿੱਤੇ ਤੇ ਨਹਿਰਾਂ ਬੰਦ ਕਰ ਦਿੱਤੀਆਂ, ਪੰਜਾਬ ਨੂੰ ਇੱਕ ਲੇਕ ਬਣਾ ਦਿੱਤਾ। ਔਰ ਇਹ ਜਿਹੜਾ ਇਹ ਸਾਰੇ ਤੇ ਜਦੋਂ ਇਹ ਬਰਬਾਦੀ ਹੋਈ, ਸਟੇਟ ਡਿਡ ਨਥਿੰਗ, ਇਟ ਵਾਜ਼ ਲੈਫਟ ਟੂ ਸਿੱਖ ਇੰਸਟੀਟਿਊਸ਼ਨਸ, ਗੁਰਦੁਆਰਾਸ ਐਂਡ ਆਰਡੀਨਰੀ ਪੰਜਾਬੀਜ਼ ਟੂ ਮੋਬਿਲਾਈਜ਼, ਕਿ ਉਹਨਾਂ ਦਾ ਉਹ ਬਿਲਕੁਲ ਪਿੱਛੇ ਹਟ ਕੇ ਆਮ ਸਿੱਖ ਔਰ ਪੰਜਾਬੀ ਇਸ ਦੇ ਲਈ ਅੱਗੇ ਆਏ। ਔਰ ਉਹਨਾਂ ਨੇ ਕਿਹਾ ਵੀ ਸਾਨੂੰ ਇੱਕ ਵਾਰੀ ਫਿਰ ਇਸ ਵੰਸ ਅਗੇਨ ਵੀ ਹੈਵ ਬਿਨ ਫੋਰਸਡ ਟੂ ਸੇਵ ਆਵਰ ਸੈਲਵਸ ਵਾਈਲ ਦਾ ਸੋ ਕਾਲਡ ਲਾਰਜੈਸਟ ਡੈਮੋਕ੍ਰੇਸੀ ਇਨ ਦਾ ਵਰਲਡ ਲੁਕਸ ਅਵੇ, ਕਿ ਉਹ ਪਾਸੇ ਦੇਖ ਰਹੇ ਨੇ ਔਰ ਅਸੀਂ ਆਪਣੀ ਲੜਾਈ ਆਪ ਲੜ ਰਹੇ ਹਾਂ। ਪਰ ਇਸ ਦੇ ਉਲਟ ਜੇ ਤੁਸੀਂ ਦੇਖੋ, ਹਾਲਾਂਕਿ ਇੱਕ ਪਾਸੇ ਤੋਂ ਅਸੀਂ ਪੰਜਾਬ ਦੇ ਫਲੱਡਸ ਦੇ ਨਾਲ ਬਰਬਾਦੀ ਦੀ ਗੱਲ ਕਰਦੇ ਹਾਂ, ਸਾਡੀਆਂ ਹਮਦਰਦੀਆਂ ਨੇ ਅਫਗਾਨਿਸਤਾਨ ਦੇ ਵਿੱਚ ਖਾਸ ਤੌਰ 'ਤੇ ਜਲਾਲਾਬਾਦ ਔਰ ਉਸ ਦੇ ਆਲੇ ਦੁਆਲੇ 'ਚ ਬੜਾ ਜ਼ਬਰਦਸਤ ਭੂਚਾਲ ਆਇਆ। ਔਰ ਜਿਹੜੀਆਂ ਲੇਟੈਸਟ ਖਬਰਾਂ ਨੇ ਉਹਨਾਂ ਮੁਤਾਬਕ 5.2 ਮੈਗਨੀਚਿਊਡ ਦਾ ਇਹ ਭੂਚਾਲ ਸੀ ਔਰ 2000 ਤੋਂ ਜ਼ਿਆਦਾ ਮੌਤਾਂ ਦੀ ਖਬਰ ਹੈ, 3000 ਤੋਂ ਜ਼ਿਆਦਾ ਜ਼ਖਮੀ ਨੇ। ਲੇਕਿਨ ਤੁਸੀਂ ਇਹ ਦੇਖੋ ਕਿ ਵੀ ਇਹ ਅਰਥਕੁਏਕ ਤਾਂ ਬਾਅਦ 'ਚ ਆਇਆ, ਫਲੱਡ ਪੰਜਾਬ 'ਚ ਪਹਿਲਾਂ ਬਰਬਾਦੀ ਕਰ ਰਹੇ ਸੀ। ਮੋਦੀ ਚੀਨ 'ਚ ਬੈਠਾ, ਇਹਨਾਂ ਦੇ ਦੂਜੇ ਅਫਗਾਨਿਸਤਾਨ ਦੇ ਲਈ ਟਵੀਟ ਕਰ ਰਹੇ ਨੇ ਔਰ ਆਲਰੇਡੀ ਰਾਹਤ ਸਮੱਗਰੀ ਕਿੰਨੇ ਜਹਾਜ਼ ਉਹਨਾਂ ਨੇ ਕਾਬਲ ਉਤਾਰ ਦਿੱਤੇ ਨੇ ਜੀ, ਆਹ ਸਮਾਨ ਆਇਆ। ਹੁਣ ਏਡਾ ਕਿਹੜਾ ਹੇਜ ਜਾਗਿਆ ਅਫਗਾਨਿਸਤਾਨ ਦੇ ਨਾਲ, ਇੱਕ ਪਾਸੇ ਕਦੇ ਮਹਿਮੂਦ ਗਜ਼ਨਵੀ ਨੂੰ ਕੋਟ ਕਰਦੇ ਨੇ, ਕਦੇ ਮੁਹੰਮਦ ਗੌਰੀ ਨੂੰ ਕਰਦੇ ਨੇ ਕਿ ਜੀ ਸਾਡੀ ਬਰਬਾਦੀ, ਸਾਡੇ ਸਨਾਤਨ ਧਰਮ ਦਾ ਬੇੜਾ ਗਰਕ ਕੀਤਾ, ਲੁੱਟਿਆ, ਸੋਮਨਾਥ ਮੰਦਿਰ ਨੂੰ ਲੁੱਟਿਆ। ਸੋ ਉਹਦੇ 'ਚ ਈਵਨ ਇਹਨਾਂ ਨੇ ਬਾਜ਼ ਨੇ ਵੀ ਇਸ ਗੱਲ ਦਾ ਨੋਟਿਸ ਲਿਆ ਕਿ ਵੀ ਇਹ ਜਿਹੜਾ ਇੱਕ ਪਾਸੇ ਤਾਂ ਅਫਗਾਨਿਸਤਾਨ ਨੂੰ ਲੈ ਕੇ juxtapose this with the rapid response of the Indian state to yesterday's earthquake in Afghanistan. Aid has been sent and Modi and his ministers tweeted support immediately. ਉਹਨਾਂ ਦੇ ਲਈ ਇੱਕਦਮ support ਔਰ ਦੂਸਰਾ ਕਰ ਰਹੇ ਨੇ। ਲੇਕਿਨ that is how much contempt there is for Punjab and Sikhs. Our pain is not even worthy of acknowledging in the halls of power in Delhi. ਵੀ ਕਿਸੇ ਨੇ ਕੋਈ ਹਮਦਰਦੀ ਦੇ ਦੋ ਬੋਲੇ ਹੋਣ, ਇਸ ਦੇ ਉਲਟ ਉਹ ਕਹਿ ਰਿਹਾ ਹੈ ਉਹਨਾਂ ਦਾ ਨਾਨ ਸਟੇਟ ਐਕਟਰ ਗੋਬਰ ਆ ਰਹੀ ਹੈ, ਪਹਿਲੇ ਪਿਆਸੇ ਰੱਖ ਕੇ ਮਾਰੋ, ਫਿਰ ਇਹਨਾਂ ਨੂੰ ਡੋਬ ਕੇ ਮਾਰੋ। ਫਿਰ ਉਹਨਾਂ ਨੇ ਕਿਹਾ ਕਿ ਬਈ ਅਸੀਂ ਤਾਂ ਆਪਣਾ ਸਾਰਾ ਕੁਝ ਬਰਬਾਦ ਕੀਤਾ ਹੈ, ਅਸੀਂ ਆਪਣੀਆਂ ਦਰਿਆ, ਆਪਣੀਆਂ ਲੈਂਡ ਇਸ ਨੇਸ਼ਨ ਦੇ ਲਈ ਰੱਖੀਆਂ। ਵੀ ਗੇਵ ਆਵਰ ਸਨਸ ਐਂਡ ਡਾਟਰਸ ਟੂ ਦਾ ਇੰਡੀਅਨ ਆਰਮੀ, ਵੀ ਗੇਵ ਆਵਰ ਬਲੱਡ ਟੂ ਡਿਫੈਂਡ ਇਟਸ ਬਾਰਡਰਸ, ਇਨ ਰਿਟਰਨ
ਵੀ ਆਰ ਰਿਵਾਰਡਡ ਵਿਦ ਨਿਗਲੈਕਟ ਐਂਡ ਬਿਟਰੇਅਲ, ਕਿ ਸਾਡੇ ਨਾਲ ਬਿਲਕੁਲ ਇਹ ਧੋਖਾ ਹੋ ਰਿਹਾ। ਔਰ ਉਹਨੇ ਕਿਹਾ ਵੀ ਫਿਰ ਪੰਜਾਬ ਦੀ ਸਿਵਲਾਈਜੇਸ਼ਨ ਦੇਖੋ, ਲੋਕਾਂ ਦਾ ਪਾਰਟ ਦੇਖੋ, ਕਿ ਵੀ ਅਸੀਂ ਕੋਈ ਵਿਕਟਮ ਕਾਰਡ ਪਲੇ ਨਹੀਂ ਕਰ ਰਹੇ। ਉਹ ਚੜ੍ਹਦੀ ਕਲਾ ਉੱਥੇ ਜਿਹੜੇ ਹੈਲਪ ਕਰ ਰਹੇ ਨੇ, ਨਾਲ ਨਾਲ ਉਹ ਸ਼ਬਦ ਪੜ੍ਹ ਰਹੇ ਨੇ, ਸੰਤਾਂ ਕੇ ਕਾਰਜ ਆਪ ਖਲੋਇਆ ਜਾਂ ਜਿਸਕੇ ਸਿਰ ਉੱਪਰ ਤੂੰ ਸੁਆਮੀ। ਉਹ ਸਪਿਰਿਟ, ਉਹ ਚੜ੍ਹਦੀ, ਇਹਨਾਂ ਨੂੰ ਇਹ ਤਾਂ ਸਾਨੂੰ ਰੋਂਦਾ ਖਲਾਂਦਾ ਦੇਖਣਾ ਚਾਹੁੰਦੇ ਨੇ। ਔਰ ਇਹਨਾਂ ਨੇ ਬਾਜ਼ ਪਬਲੀਕੇਸ਼ਨ ਨੇ ਕਿਹਾ ਕਿ ਵੀ ਇਸ ਸਾਰੇ ਦੇ ਵਿੱਚ ਅਸੀਂ ਜਿਹੜਾ ਇਨ ਫੈਕਟ what stands out even more about these floods is how Punjabis have responded. There has been no looting, no fighting, no collapse of social trust. Instead there has been seva, langar and community. ਬਿਲਕੁਲ ਕਿਵੇਂ ਇੱਕ ਦੂਜੇ ਦੀ ਮਦਦ ਦੇ ਉੱਤੇ, ਔਰ ਉਵੇਂ ਹੀ ਉਹ ਸਾਰੇ ਨੂੰ ਉਹ ਲੈ ਰਹੇ ਨੇ। ਔਰ ਇਹ ਉਹਨਾਂ ਨੇ ਕਿਹਾ ਕਿ ਵੀ ਆਮ ਲੋਕ ਉਹੀ ਕਰ ਰਹੇ ਨੇ ਜੋ ਕਰਨਾ ਬਣਦਾ ਹੈ। ਵਲੰਟੀਅਰਸ ਆਰ ਵੇਡਿੰਗ ਥਰੂ ਵੇਸਟ ਡੀਪ ਵਾਟਰ ਟੂ ਡਿਲੀਵਰ ਫੂਡ ਐਂਡ ਮੈਡੀਸਨ। ਗੁਰਦੁਆਰਾਸ ਹੈਵ ਓਪਨਡ देयर ਡੋਰਸ ਟੂ एवरीवन in need. This is high trust society in action. ਇਹ ਹੈ ਆਈਡੀਅਲ ਸੋਸਾਇਟੀ। ਮੁਲਕ ਨਹੀਂ ਹੈ ਜਿਸ ਮੁਲਕ ਦੇ ਤੁਸੀਂ ਆਪਣੇ ਆਪ ਨੂੰ ਵਫਾਦਾਰ ਕਹਿੰਦੇ ਰਹੇ, ਉਹ ਤੁਹਾਨੂੰ ਡੋਬਣ ਤੇ ਆਇਆ, ਭੁੱਖੇ ਮਾਰਨ ਤੇ ਆਇਆ, ਕੋਈ ਰਾਹਤ ਕਾਰਜ ਨਹੀਂ। ਫਿਰ ਜਿਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਇਹ ਭੰਡਦੇ ਨੇ, ਪੰਜਾਬੀਜ਼ ਆਰ ਲੁਕਿੰਗ ਆਫਟਰ ਈਚ ਅਦਰ ਬਿਕੋਜ਼ no one else is here. Here lies the sharpest contrast. The very organizations and people that are routinely called Khalistanis by the Indian state were the first respondents. ਜਿਨ੍ਹਾਂ ਨੂੰ ਖਾਲਿਸਤਾਨੀ ਕਹਿ ਕੇ ਬਦਨਾਮ ਕਰਦੇ ਨੇ, ਉਹ ਸਭ ਤੋਂ ਪਹਿਲਾਂ ਉੱਥੇ ਜਾ ਕੇ ਪਹੁੰਚੇ। ਫਿਰ ਉਹਨਾਂ ਨੇ ਬਾਕੀਆਂ ਦੀ ਵੀ ਤਾਰੀਫ ਕਰਦੇ ਆ। ਅਲਟੀਮੇਟਲੀ ਇਹ ਉਹਨਾਂ ਨੇ ਕਿਹਾ ਵੀ ਇਹ ਜਿਹੜਾ ਵਾਟਰਸ ਵਿਲ ਇਵੈਂਚੁਅਲੀ ਰਿਸੀਡ, ਪਾਣੀ ਅਲਟੀਮੇਟਲੀ ਘਟ ਜਾਏਗਾ, ਮਡ ਵਿਲ ਡਰਾਈ, ਜਿਹੜਾ ਚੱਕੜ ਹੈ ਉਹ ਵੀ ਸੁੱਕ ਜਾਏਗਾ, ਐਂਡ ਰੀਕਨਸਟਰਕਸ਼ਨ ਵਿਲ ਬਿਗਨ, ਦੁਬਾਰਾ ਮੁੜੋ ਸਾਰੀ ਸ਼ੁਰੂ ਹੋ ਜਾਏਗੀ। ਇਟ ਵਿਲ ਬੀ ਲੌਂਗ ਐਂਡ ਪੇਨਫੁਲ ਬਟ what cannot return is the status quo. ਜੋ ਕੁਝ ਸੀ ਉਹ ਤਾਂ ਬਰਬਾਦ ਹੋ ਗਿਆ, ਨਵੇਂ ਸਿਰਿਓਂ ਤੁਸੀਂ ਉਹ ਸਾਰੇ ਚ। ਪੰਜਾਬ cannot keep sacrificing itself for an ungrateful country. ਵੀ ਕਿੰਨੀ ਕੁ ਦੇਰ ਤੁਸੀਂ ਇਸ ਨਾਸ਼ੁਕਰੇ ਮੁਲਕ ਦੇ ਲਈ ਆਪਣੀਆਂ ਕੁਰਬਾਨੀਆਂ ਕਰੋ। The flood has ripped away the last illusions. ਜੇ ਕਿਸੇ ਨੂੰ ਕੋਈ ਥੋੜਾ ਬਹੁਤ ਭੁਲੇਖਾ ਵੀ ਸੀ, ਉਹ ਵੀ ਇਹਨਾਂ ਫਲੱਡਸ ਨੇ ਦੂਰ ਕਰ ਦਿੱਤਾ ਹੈ। ਸੋਵਰਨਿਟੀ ਇਜ਼ ਨੋ ਲੋਂਗਰ ਐਨ ਐਬਸਟਰੈਕਟ ਆਈਡੀਆ। ਪ੍ਰਭੂ ਸਤਾ, ਬਾਦਸ਼ਾਹਤ, ਆਜ਼ਾਦੀ ਕੋਈ ਐਬਸਟਰੈਕਟ ਆਈਡੀਆ ਨਹੀਂ ਹੈ। ਇਟ ਇਜ਼ ਕੁਇਕਲੀ ਬਿਕਮਿੰਗ ਦਾ ਓਨਲੀ ਆਪਸ਼ਨ ਲੈਫਟ, ਕਿ ਭਾਈ ਸਾਡੇ ਕੋਲ ਇਹੀ ਇੱਕੋ ਇੱਕ ਆਪਸ਼ਨ ਬਚੀ ਹੈ। ਔਰ ਇਸ ਕਿਸਮ ਦੇ ਲੋਕ ਜਿਹੜੇ ਕਈ ਵਾਰੀ ਸਟਬਰਨ ਟਾਈਪ ਆਰਗੂਮੈਂਟ ਦਿੰਦੇ ਸੀ ਪੰਜਾਬ ਦੀ ਆਜ਼ਾਦੀ ਦੇ, ਕਿ ਦਾ ਪੰਜਾਬ ਕੁਡ ਨਾਟ ਇਕਨੋਮਿਕਲੀ ਸਰਵਾਈਵ ਔਨ ਇਟਸ ਓਨ ਐਂਡ ਦੈਟ ਵੀ ਵਰ ਟੂ ਡਿਪੈਂਡੈਂਟ ਔਨ ਇੰਡੀਆ, ਕਿ ਜੀ ਅਸੀਂ ਤਾਂ ਇੰਨੇ ਡਿਪੈਂਡੈਂਟ ਆ ਇੰਡੀਆ ਤੇ, ਇਸ ਦਾ ਸਰਵਾਈਵ ਹੀ ਨਹੀਂ। ਬਟ ਦਿਸ ਆਰਗੂਮੈਂਟ ਕਲੈਪਸਿਸ ਇਨ ਦਾ ਫੇਸ ਆਫ ਰਿਐਲਿਟੀ। ਬਿਲਕੁਲ ਜੋ ਸਾਹਮਣੇ ਨਜ਼ਰ ਆ ਰਿਹਾ ਉਹਦੇ ਸਾਹਮਣੇ ਇਸ ਜਿਹੜਾ ਆਰਗੂਮੈਂਟ ਦੀਆਂ ਜਿਹੜੀਆਂ ਨੇ ਉਹ ਧੱਜੀਆਂ ਉੱਡ ਜਾਂਦੀਆਂ ਨੇ। What is economical survivor when India is already destroying our economy and flooding our fields every year? ਹਰ ਸਾਲ ਸਾਡੀ ਬਰਬਾਦੀ, ਹਰ ਸਾਲ ਹੜ੍ਹ, ਇਹ ਕਿਹੜੀ ਇਕਨੋਮਿਕਲ ਸਰਵਾਈਵਲ ਇੰਡੀਆ ਨਾਲ ਜੁੜੀ ਹੋਈ ਹੈ? What is dependence when the state refuses to protect or provide relief? ਨਾ ਸਾਨੂੰ ਪ੍ਰੋਟੈਕਟ ਕਰਦੇ ਨੇ, ਨਾ ਸਾਨੂੰ ਰਿਲੀਫ ਦਿੰਦੇ ਨੇ। We were told that being part of India meant security and belonging. Instead it has meant dispossession and abandonment. ਇਹ ਸਾਡੇ ਨਾਲ ਇਹ ਸਲੂਕ ਹੈ। ਔਰ ਉਹਨਾਂ ਨੇ ਕਿਹਾ ਕਿ ਬਈ ਇਹ ਜਿਹੜੇ ਫਲੱਡਸ ਨੇ, the floods are radicalizing because they expose the entire arrangement between Punjab and India as a lie. If it was not clear post 1947 already, ਔਰ ਉਹਨਾਂ ਨੇ conclude ਕੀਤਾ ਹੈ, independence is not the risk, remaining in India is the risk. ਆਜ਼ਾਦੀ ਰਿਸਕ ਨਹੀਂ ਹੈ, ਖਾਲਿਸਤਾਨ ਬਣਾਉਣਾ ਰਿਸਕ ਨਹੀਂ ਹੈ, ਖਾਲਿਸਤਾਨ 'ਚ ਰਹਿਣਾ ਰਿਸਕ ਨਹੀਂ ਹੈ। ਜੇ ਕੋਈ ਰਿਸਕ ਹੈ ਤੇ ਉਹ ਇੰਡੀਆ 'ਚ ਰਹਿਣਾ ਹੈ। ਸੋ ਅਸੀਂ ਸਮਝਦੇ ਹਾਂ ਕਿ ਭਾਈ ਜੇ ਇਸ ਤਰਾਸਦੀ ਚੋਂ, ਟ੍ਰੈਜਡੀ ਚੋਂ, ਵਾਟਰ ਐਜ਼ ਏ ਵੈਪਨ, ਇੰਡੀਅਨ ਸਟੇਟ ਦੇ ਵੈਪਨ ਤੋਂ ਬਾਅਦ ਜਿਹੜੇ ਭੁਲੇਖੇ 'ਚ ਰਹਿਣ ਵਾਲੇ ਸੀ ਉਹਨਾਂ ਦੇ ਭੁਲੇਖੇ ਦੂਰ ਹੋ ਜਾਣ ਤੇ ਫਿਰ ਵੀ ਇਹ ਵਰਤ ਹੈ ਤੇ ਆਪਣਾ ਮੁਲਕ ਖਾਲਿਸਤਾਨ ਬਣਾਉਣ ਦੇ ਲਈ, ਲਿਬਰੇਟ ਕਰਾਉਣ ਦੇ ਲਈ ਦਰਿਆਏ ਜਮਨਾ ਤੋਂ ਵਾਹਗਾ ਤੱਕ ਹਰ ਸਿੱਖ ਆਪਣਾ ਯੋਗਦਾਨ ਪਾਏ। ਹਰ ਗਲੀ ਦੇ ਮੋੜ ਤੇ ਸਾਨੂੰ ਇਹ ਰਿਅਲਾਈਜ਼ ਕਰਵਾਇਆ ਜਾਂਦਾ ਹੈ
ਕਿ ਅਸੀਂ ਇਹਨਾਂ ਦਾ ਹਿੱਸਾ ਨਹੀਂ, ਅਸੀਂ ਹਾਂ ਵੀ ਨਹੀਂ। ਔਰ ਖਾਲਿਸਤਾਨੀ ਹੋਣਾ, ਖਾਲਿਸਤਾਨੀ ਕੁਆਉਣਾ ਜਾਂ ਕੋਈ ਖਾਲਿਸਤਾਨੀ ਲਕਬ ਕੇ ਇਹ ਫਖਰ ਦਾ ਲਫ਼ਜ਼ ਹੈ ਸਾਡੇ ਲਈ ਕਿ ਭਾਈ ਅਸੀਂ ਆਪਣਾ ਅੱਡ ਮੁਲਕ ਜਿਹੜਾ ਹੈ ਉਹ ਹੁਣ ਬਣਾਉਣ ਦੇ ਲਈ ਬਿਲਕੁਲ ਵਚਨਬੱਧ ਹੀ ਨਹੀਂ, ਅਸੀਂ ਇਸ ਦੇ ਲਈ ਫਾਈਨਲ ਡਿਟਰਮਿੰਡ ਹੈ ਔਰ ਬਹੁਤ ਜਲਦੀ ਅਸੀਂ ਆਪਣੇ ਮੁਲਕ ਖਾਲਿਸਤਾਨ ਨੂੰ ਲਿਬਰੇਟ ਕਰਵਾਵਾਂਗੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੱਥ ਲੈਣ ਬ੍ਰੇਕ ਔਰ ਬ੍ਰੇਕ ਦੇ ਆਉਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵੀਅਰਸ, ਜਿਸ ਤਰ੍ਹਾਂ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਹੱਥ ਲੈਣ ਬ੍ਰੇਕ ਵੀਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।